ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰਉ ਗਦ ਦੇਖ ਨਿਖੰਜਨ, ਸ੍ਰੀ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਉ, ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ, ਤਰਉ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦਾਉ ਬਾਰ ਬਾਰ ਜਗਦੀਸਾ, ਯਾ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਧ, ਬੰਦਉ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਜੈ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਨੇ ਮਹਿ ਜਾਗਰਤ ਨਰ ਆਇਓ, ਦੁਖਤ ਜਾਨ ਕੈ ਪਕਰ ਜਗਾਇਓ। ਤਰਹਿਤ ਜਾਨ ਤਿਮ ਸਤਿਗੁਰ ਦੇਖਹਿ, ਉਪਦੇਸ਼ ਹੈ ਸੁਖ ਦੇ ਤੂੰ ਬਸਿਖ ਹੈ। ਇਤਨੇ ਮਹਿ ਜਾਗਰਤ ਨਰ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਏ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨਾ। ਪਾਵਨ ਆਪਣੇ ਹੀ ਇਤਿਹਾਸ ਦੀ ਸਾਖੀ, ਤਿਸ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ, ਸਤਨਾਮ ਸ੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ, ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ
ਕੋਟਾਨ ਕੋਟ ਸ਼ੁਕਰਾਨਾ ਹੈ। ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸੰਪੂਰਨ ਦਿਵਸ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਏ। ਸੰਧਿਆ ਕੇ ਸਮੇਂ ਸਜੇ ਹੋਏ ਦਰਬਾਰ ਦੀ ਹਾਜ਼ਰੀ ਭਰਨ ਦਾ ਆਸ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਪਾਤਸ਼ਾਹ ਗੁਰਦੇਵ ਜੀ ਨੇ ਸਾਨੂੰ ਆਪਣੇ ਇਸ ਜਨਮ ਨੂੰ ਸਫਲਾ ਕਰਨ ਵਾਸਤੇ, ਆਪਣੇ ਜੀਵਨ ਦੀਆਂ ਉਲਝਣਾਂ ਨੂੰ ਸੁਲਝਾਉਣ ਵਾਸਤੇ ਸ਼੍ਰੀਮੁਖ ਵਾਕ ਦੇ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਅੱਜ ਸਾਡੇ ਵੱਲੋਂ ਅਰਦਾਸ ਕਰਕੇ ਸਾਨੂੰ ਦੱਸਿਆ ਗਿਆ ਵੀ ਗੁਰੂ ਦੇ ਮਿਲਾਪ ਦੀ ਮੰਗ ਕਰਿਆ ਕਰੀਏ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਹਰ ਵਕਤ ਬੇਨਤੀ ਕਰੀ, ਮਹਾਰਾਜ ਮੈਨੂੰ ਗੁਰੂ ਬਖਸ਼ਿਸ਼ ਕਰਕੇ ਮਿਲਾ ਦਿਓ, ਕਿਉਂਕਿ ਹੁਣ ਤੱਕ ਦਾ ਜਿਤਨਾ ਕੁ ਅਸੀਂ ਗਿਆਨ ਆਪਣੇ ਵੱਡਿਆਂ ਤੋਂ ਪੜ੍ਹਿਆ ਤੇ ਸੁਣਿਆ, ਪਾਵਨ ਬਾਣੀ ਪੜ੍ਹਦਿਆਂ ਤੇ ਸੁਣਦਿਆਂ ਆਪ ਸਤਸੰਗਤਾਂ 'ਚ ਬਖਸ਼ਿਸ਼ਾਂ ਮਿਲੀਆਂ ਨੇ। ਇੱਕੋ ਜੁਗਤ ਮਿਲੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਤੇ ਗੁਰੂ ਮਿਲਦੇ ਨੇ। ਫਿਰ ਗੁਰੂ ਘਾੜਤ ਘੜ ਦੇਣ ਤੇ ਸਵਾਰ ਕੇ ਘਾੜਤ ਘੜ ਕੇ ਅਕਾਲ ਪੁਰਖ ਦੇ ਚਰਨਾਂ 'ਚ ਜੋੜ ਦਿੰਦੇ ਨੇ। ਦਰਗਾਹ ਦੇ ਵਿੱਚ ਵਕੀਲ ਬਣ ਜਾਂਦੇ ਨੇ। ਹਰ ਦਰਗਾਹ ਕਾ ਬਸੀਠ ਗੁਰੂ ਹੈਗੇ ਨੇ। ਅਸੀਂ ਵੀ ਕਿਤੇ ਬੇਨਤੀ ਕਰੀ, ਮਹਾਰਾਜ ਸਾਡੇ ਤੇ ਵੀ ਕਿਰਪਾ ਕਰ ਦਿਓ, ਸਾਨੂੰ ਵੀ ਆਪਣੇ ਚਰਨਾਂ 'ਚ ਜੋੜ ਲੈਣਾ। ਇਸੇ ਭਾਵਾਂ 'ਚ ਠਹਿਰਦੇ ਟਿਕਦੇ ਜਦ ਅਸੀਂ ਸਤਸੰਗਤ ਵਿੱਚ ਪਹੁੰਚਦੇ ਹਾਂ ਤੇ ਸਤਸੰਗਤ ਵਿੱਚ ਪਹੁੰਚ ਸਾਨੂੰ ਕੁਝ ਖਿਆਲ ਜਿੱਤੇ ਆਪਣੇ ਆਲੇ ਦੁਆਲੇ ਦੇ ਜੋ ਵਡੇਰਿਆਂ ਤੋਂ ਨੇ ਸਾਨੂੰ ਪ੍ਰਭਾਵਿਤ ਕਰਦੇ ਨੇ। ਕੁਝ ਤਾਰੀਖ ਦੇ ਹਵਾਲੇ ਸਾਡੀ ਚੇਤਨਾ ਨੂੰ ਝੰਜੋੜ ਦਿੰਦੇ ਨੇ। ਕੁਝ ਉਹ 'ਚੋਂ ਆਉਂਦੇ ਹੋਏ ਸੁਨੇਹੇ ਸਾਨੂੰ ਹਿਲਾ ਦਿੰਦੇ ਨੇ। ਜਿਵੇਂ ਹੁਣੇ ਦੱਸਿਆ ਗਿਆ, ਅੱਜ ਦੀ ਤਾਰੀਖ ਦਾ ਜੋ ਸੁਨੇਹਾ ਹੈ ਉਹ ਸਾਡੀ ਚੇਤਨਾ ਨੂੰ, ਸਾਡੇ ਮਨੋਦਰਸ਼ਨ ਨੂੰ ਹਿਲਾ ਦੇਣ ਵਾਲਾ ਹੈ। ਪਰ ਇਹਦੇ ਨਾਲ ਹੀ ਨਾਲ ਇੱਕ ਫਖਰ ਕਰਨ ਵਾਲਾ ਵੀ ਹੈ ਕਿ ਸਾਨੂੰ ਫਖਰ ਹੈ ਕਿ ਸਾਡੇ ਵਿੱਚ ਇਹੋ ਜਿਹੇ ਵਿਅਕਤੀਤਵ ਵੀ ਨੇ, ਐਸੀਆਂ ਪਰਸਨੈਲਿਟੀ ਸਾਡੀ ਕੌਮ ਵਿੱਚ ਹੋਈਆਂ ਨੇ, ਨਾਇਆਬ ਹੀਰੇ ਸਾਡੇ ਵਿੱਚੋਂ ਹੀ ਉਗਾਂ ਤਰੱਕੀ ਕਰਕੇ ਐਸੇ ਮਾਰਗਦਰਸ਼ਕ ਬਣੇ ਨੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੇ ਵੇਲੇ ਦੇ ਪਾਏ ਹੋਏ ਗੁਰਸਿੱਖਾਂ ਦੇ ਲੀਹਾਂ ਤੇ ਚੱਲਦਿਆਂ ਹੋਇਆਂ ਪਰਉਪਕਾਰ ਦੇ ਨਏ ਤੇ ਨਵੇਂ ਆਯਾਮ ਬਣਾਏ ਨੇ, ਨਵੇਂ ਹੱਦ ਬੰਨੇ ਸ਼ੁਰੂ ਤੇ ਸਾਡੇ ਵਾਸਤੇ ਨਵੀਆਂ ਸੰਭਾਵਨਾਵਾਂ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਹੈ। ਅੰਤ ਕਦੇ ਨਹੀਂ ਹੁੰਦਾ। ਹਰ ਵਕਤ ਅਗਰ ਕੋਈ ਸਿਰ ਸੁੱਟ ਕੇ, ਸਿਰ ਚੁੱਕ ਕੇ ਤੁਰ ਪਵੇ ਤੇ ਕੁਛ ਨਾ ਕੁਛ ਪ੍ਰਾਪਤੀ ਕਰ ਹੀ ਲੈਂਦਾ ਹੈ। ਖਰੜਾ ਸਾਹਿਬ ਨੇ ਇਸੇ ਤਰ੍ਹਾਂ ਜਦੋਂ ਕਮਰ ਕੱਸਾ ਕਰਕੇ ਤੁਰੇ ਨੇ ਤੇ ਇੱਕ ਲਹਿਰ ਬਣ ਗਏ, ਇੱਕ ਅੰਦੋਲਨ ਬਣ ਗਏ ਨੇ। ਔਰ ਬਹੁਤ ਸਾਰੇ ਉਹ ਜੀ ਜਿਨ੍ਹਾਂ ਨੂੰ ਅਣਗਿਣਤ ਕਿਹਾ ਜਾ ਸਕਦਾ ਹੈ, ਜਿਨ੍ਹਾਂ ਦੇ ਨਾਵਾਂ ਤੇ ਥਾਵਾਂ ਦਾ ਕਿਸੇ ਨੂੰ ਪਤਾ ਨਹੀਂ ਸੀ ਲੱਗਣਾ, ਉਸ ਵਿਅਕਤੀਤਵ ਨੇ, ਉਸ ਪਰਸਨੈਲਿਟੀ ਨੇ, ਉਸ ਮਹਾਨ ਸ਼ਖਸੀਅਤ ਨੇ ਉਹਨਾਂ ਦਾ ਲੇਖਾ ਜੋਖਾ ਕੱਢਿਆ ਤੇ ਲੇਖਾ ਜੋਖਾ ਕੱਢ ਕੇ ਸੰਸਾਰ ਦੇ ਸਾਹਮਣੇ ਇੱਕ ਤਸਵੀਰ ਪੇਸ਼ ਕੀਤੀ ਹੈ। ਅੱਜ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਹਾਂ ਔਰ ਐਸੇ ਹੀ ਆਪਣੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਰਹੀਏ ਤੇ ਆਪਣੀ ਕੌਮ ਦੀ ਸਹੀ ਤਸਵੀਰ ਦਾ ਸਹੀ ਸਰੂਪ ਹੀ ਅਸੀਂ ਹੋਰ ਨਵਾਂ ਰੂਪ ਬਣਾ ਸਕਦੇ ਹਾਂ। ਗੁਰ ਕਿਰਪਾ ਕਰਨ, ਸਾਨੂੰ ਤੌਫੀਕ ਬਖਸ਼ਿਸ਼ ਕਰਨ। ਚੱਲਦੇ ਹੋਏ ਇਤਿਹਾਸ ਪ੍ਰਸੰਗ ਵਿੱਚ ਜੋ ਗਾਥਾਵਾਂ ਦੇ ਰੂਪ ਵਿੱਚ ਅਸੀਂ ਪੜ੍ਹ ਰਹੇ ਹਾਂ, ਕੱਲ ਅਸੀਂ ਦਰਸ਼ਨ ਕਰ ਰਹੇ ਸਾਂ। ਇਸ ਨੂੰ ਵਿਚਾਰ ਦਰਸ਼ਨ ਕਹਿੰਦੇ ਨੇ, ਜਿਸ ਦੇ ਰਾਹੀਂ ਰੂਪ ਤੇ ਨਹੀਂ ਦਿਸਦੇ ਪਰ ਸਰੂਪ ਦੀ ਝਲਕ ਸਾਡੀ ਚੇਤਨਾ 'ਚ ਵੱਜਦੀ ਹੈ। ਸਾਡੇ ਅੰਦਰ ਵੀ ਇੱਕ ਹੁੱਬ ਪੈਦਾ ਹੁੰਦੀ ਹੈ, ਕਿਤੇ ਐਸੀ ਬਖਸ਼ਿਸ਼ ਮੈਨੂੰ ਵੀ ਮਿਲ ਜਾਏ, ਮੈਂ ਵੀ ਕਿਤੇ ਐਸੇ ਸਮਾਂ ਬੱਝੇ ਮੇਰੀ ਚੇਤਨਾ, ਮੇਰੀ ਰੂਹ ਕਿਤੇ ਗੁਰੂ ਕੇ ਸਨਮੁਖ ਹੋ ਸਕੇ ਤੇ ਗੁਰੂ ਕੀ ਬਖਸ਼ਿਸ਼ਾਂ ਦੇ ਪਾਤਰ ਬਣ ਸਕੇ। ਸੰਤੋਖ ਸਰ ਦੇ ਪ੍ਰਾਪਤ ਹੋਏ ਜੋਗੀ ਨੇ ਸੰਵਾਦ ਕਰਦਿਆਂ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਸਨ।
ਤੇ ਉਸ ਨੂੰ ਜੀਵਨ ਦੇ ਇਸ ਰਹੱਸ ਦਾ ਅਨੁਭਵ ਕਰਾ ਰਹੇ ਸਾਂ, ਕਿਉਂਕਿ ਪੁੱਛ ਰਿਹਾ ਸੀ ਜੀਵਨ ਸੱਚ ਕੀ ਹੈ, ਜੀਵਨ ਝੂਠ ਕੀ ਹੈ। ਅੱਜ ਜਗਤ ਦਰਸ਼ਨ ਅਸੀਂ ਕਰਦੇ ਹਾਂ, ਕੋਈ ਗਿਆਨੀ ਇਸ ਨੂੰ ਝੂਠ ਕਹਿੰਦਾ ਹੈ, ਕੋਈ ਇਸ ਨੂੰ ਸੱਚ ਕਹਿੰਦਾ ਹੈ। ਜੇ ਇਹ ਝੂਠ ਹੈ ਤੇ ਸੱਚ ਕਿਉਂ ਲੱਗਦਾ ਹੈ, ਤੇ ਜੇ ਸੱਚ ਹੈ ਤੇ ਗਿਆਨੀ ਇਸ ਨੂੰ ਝੂਠ ਕਿਉਂ ਕਹਿੰਦਾ ਹੈ? ਇਹ ਅੱਜ ਵੀ ਇਸੇ ਤਰ੍ਹਾਂ ਸਵਾਲ ਚੱਲਦਾ ਰਹਿੰਦਾ ਹੈ। ਉਹਦਾ ਪਾਤਸ਼ਾਹ ਨਿਸਤਾਰਾ ਕਰ ਰਹੇ ਸਨ ਕਿ ਭਾਈ ਇੱਕ ਸੁਪਨਾ ਦੇਖਦੇ ਹੋ, ਜਦ ਸੁਪਨਾ ਦੇਖਦੇ ਹਾਂ ਤੇ ਸੁਪਨਾ ਸੱਚ ਹੁੰਦਾ ਹੈ, ਜਦੋਂ ਅੱਖ ਖੁੱਲ੍ਹਦੀ ਹੈ ਤੇ ਸੁਪਨਾ ਝੂਠ ਹੋ ਜਾਂਦਾ ਹੈ। ਕੱਲ੍ਹ ਇੱਥੇ ਰੁਕੇ ਸਾਂ, ਜਦੋਂ ਕਿ ਸੁਪਨੇ ਵਿੱਚ ਮੰਨ ਲਓ ਸ਼ੇਰ ਦੇਖ ਲੈਂਦਾ ਹੈ, ਡਰ ਜਾਂਦਾ ਹੈ, ਹੜਬੜਾ ਉੱਠਦਾ ਹੈ, ਕੰਬਣ ਲੱਗ ਪੈਂਦਾ ਹੈ। ਕੋਈ ਜਾਗਦਾ ਹੋਇਆ ਮਨੁੱਖ ਉਹਦੇ ਕੋਲ ਆਉਂਦਾ ਹੈ, ਉਹਦੀ ਡਰ ਦੀ ਹਾਲਾਤ ਨੂੰ, ਉਹਦੇ ਕਾਂਬੇ ਨੂੰ ਦੇਖ ਕੇ ਜਗਾ ਦਿੰਦਾ ਹੈ। ਕਹਿੰਦਾ ਉੱਠ ਭਾਈ, ਸੁੱਤਾ ਹੈ, ਸੁਪਨਾ ਦੇਖਦਾ ਪਿਆ, ਹੋਸ਼ ਕਰ, ਕੁਛ ਨਹੀਂ ਹੋਇਆ, ਤੂੰ ਠੀਕ ਹੈ। ਉੱਠਦਾ ਹੈ, ਘੁੱਟ ਪਾਣੀ ਪੀਂਦਾ ਹੈ, ਆਲਾ ਦੁਆਲਾ ਦੇਖਦਾ, ਕੁਛ ਵੀ ਤੇ ਨਹੀਂ ਹੋਇਆ, ਮੈਂ ਠੀਕ ਆ। ਇਸੇ ਤਰ੍ਹਾਂ ਅਸੀਂ ਬੇਹੋਸ਼ ਹਾਂ, ਮੋਹ ਦੀ ਨੀਂਦ ਵਿੱਚ, ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਪਿਆ ਨੂੰ ਜਦੋਂ ਅਸੀਂ ਸਾਡੇ ਤੇ ਡਰ ਹਾਵੀ ਹੈ, ਗੁਰਦੇਵ ਕਿਰਪਾ ਕਰਦੇ ਨੇ, ਗੁਰਦੇਵ ਜਗਾਉਂਦੇ ਨੇ, ਜਾਗੋ ਭਾਈ, ਇਸ ਮੋਹ ਦੀ ਨੀਂਦ 'ਚ ਬਾਹਰ ਜਾਗੋ। ਗੁਰੂ ਤਰਾਸਤ ਹੋਏ ਮਨੁੱਖ ਨੂੰ ਜਗਾਉਂਦੇ ਨੇ। ਜਿੱਥੇ ਅਸੀਂ ਅੱਜ ਇੱਥੋਂ ਆਰੰਭ ਕਰਦੇ, ਗੁਰ ਕਿਰਪਾ ਕਰਨ ਆਰੰਭ ਕਰ ਸਕੀਏ। ਤਰਸਤ ਜਾਨ ਤਿਮ ਸਤਿਗੁਰ ਦੇਖੈ ਹੈ, ਡਰਦੇ ਹੋਏ ਜੀ ਨੂੰ ਸਤਿਗੁਰੂ ਦੇਖਦੇ ਨੇ ਤੇ ਕਿਰਪਾ ਕਰਕੇ ਦੁੱਖ ਤੇ ਜਾਨ ਉਹਨੂੰ ਉਪਦੇਸ਼ ਹੈ, ਸੁਖ ਦੇਤ ਵਿਸ਼ੇਖ ਹੈ, ਉਪਦੇਸ਼ ਦੇ ਸਦਕੇ ਸੁਖ ਦਿੰਦੇ ਨੇ। ਭਾਵ ਮੋਹ ਦੀ ਅਗਿਆਨਤਾ ਦੀ ਨੀਂਦ ਚੋਂ ਜਗਾ ਕੇ ਚੇਤਨਤਾ ਦੇ ਸਹੀ ਸਰੂਪ ਚ ਲੈ ਆਉਂਦੇ ਨੇ, ਜਿਸ ਨੂੰ ਅਸੀਂ ਆਪਣੀ ਭਾਸ਼ਾ ਚ ਕਹਿੰਦੇ ਆ, ਉਸ ਦੀ ਲਿਵ ਲਗਾ ਲੈਂਦੇ ਨੇ, ਸੰਬੰਧ ਜੋੜ ਲੈਂਦੇ ਨੇ। ਜਿਸ ਦੀ ਲਿਵ ਲੱਗ ਜਾਂਦੀ ਹੈ ਉਹਦਾ ਫਿਰ ਭੈ ਮਿਟ ਜਾਂਦਾ ਹੈ। ਗੁਰੂ ਪਾਤਸ਼ਾਹ ਕੀ ਬਖਸ਼ਿਸ਼ਾਂ ਕਰਦੇ ਨੇ, ਜਿਸ ਨੂੰ ਅਸੀਂ ਗੁਰਮਤਿ ਫਿਲਾਸਫੀ ਵੀ ਕਹਿ ਸਕਦੇ ਹਾਂ, ਗੁਰਮਤਿ ਦਰਸ਼ਨ ਵੀ ਕਹਿ ਸਕਦੇ ਹਾਂ। ਆਓ ਇੱਥੋਂ ਅੱਜ ਦੀ ਗਾਥਾ, ਅੱਜ ਦੀ ਸਾਖੀ ਆਰੰਭ ਕਰਦੇ। ਫਿਰ ਕਿਵੇਂ ਮਹਾਰਾਜ ਸਾਨੂੰ ਬਖਸ਼ਿਸ਼ਾਂ ਕਰਦੇ ਨੇ, ਇਤਿਹਾਸ ਦੇ ਦਰਸ਼ਨ ਚੋਂ ਗੁਰੂ ਕੀ ਬਖਸ਼ਿਸ਼ਾਂ ਪ੍ਰਾਪਤ ਕਰ ਯਤਨ ਕਰੀਏ। ਜਨਮ ਮਰਨ ਦੋਏ ਤੁਝ ਮੈਂ ਨਾਹੀ। ਜਦੋਂ ਮਹਾਰਾਜ ਗਿਆਨ ਉਪਦੇਸ਼ ਕਰ ਦਿੰਦੇ ਨੇ ਤੇ ਜਗਾ ਕੇ ਕਹਿੰਦੇ ਜਾਗ ਓਏ, ਤੂੰ ਤੇ ਉਹ ਹੈ ਜੋ ਜੰਮਦਾ ਹੀ ਨਹੀਂ ਤੇ ਮਰਦਾ ਹੀ ਨਹੀਂ। ਜਨਮ ਤੇ ਮੌਤ ਉਹਨਾਂ ਚਿਰ ਹੀ ਹੁੰਦਾ ਹੈ ਜਿੰਨਾ ਚਿਰ ਇਹ ਨੀਂਦ ਬਰਕਰਾਰ ਹੋਵੇ। ਅੱਜ ਇਸ ਨੂੰ ਅਸੀਂ ਸੰਸਾਰੇ ਜਨਮ ਤੇ ਮੌਤ ਕਹਿੰਦੇ ਆ। ਸਭ ਨੂੰ ਪਤਾ ਹੈ ਕਿ ਸਰੀਰ ਦਾ ਜਨਮ ਹੈ ਤੇ ਸਰੀਰ ਦੀ ਮੌਤ ਹੈ। ਅਸੀਂ ਜੋ ਵਿੱਚ ਬੈਠੇ ਹਾਂ ਜੀ, ਅਸੀਂ ਨਹੀਂ ਮਰਨਾ, ਇਹ ਠੀਕ ਹੈ। ਸੰਸਾਰ ਦੇ ਗਿਆਨ ਵਿੱਚ ਜਨਮ ਲਿਆ ਹੈ, ਪਰ ਚੂੰਕਿ ਹੁਣ ਅਸੀਂ ਤੇ ਗੁਰਸੰਗਤ ਵਿੱਚ ਆ ਗਏ ਆ ਨਾ, ਤੇ ਹੁਣ ਤੇ ਸਾਨੂੰ ਹੋਸ਼ ਵਿੱਚ ਆ ਜਾਣਾ ਚਾਹੀਦਾ ਹੈ। ਖਾਸ ਕਰਕੇ ਜੋ ਗੁਰਬਾਣੀ ਪੜ੍ਹਦੇ ਨੇ, ਗੁਰੂ ਕੀ ਸੰਗਤ ਕਰਦੇ ਨੇ, ਉਹਨਾਂ ਨੂੰ ਤੇ ਗੁਰਸੰਗਤ ਵਿੱਚ ਗਿਆਨ ਹੋ ਜਾਣਾ ਚਾਹੀਦਾ ਹੈ ਕਿ ਹੁਣ ਨਹੀਂ ਸੀ ਮਰਦੇ, ਹੁਣ ਅਸੀਂ ਮਰਦੇ। ਉਹ ਪੜ੍ਹਿਆ ਕਰਨ, ਮੈਂ ਨਾ ਮਰਾਂ ਮਰਬੋ ਸੰਸਾਰਾ। ਹੁਣ ਮੈਂ ਨਹੀਂ ਮਰਦਾ। ਹੁਣ ਕੀ ਹੋਏਗਾ? ਕਹਿਣ ਲੱਗੇ ਜਦ ਹੁਕਮ ਹੋਏਗਾ, ਜਦੋਂ ਕਲਾ ਵਰਤੇਗੀ, ਸਰੀਰ ਛੱਡ ਦਿਆਂਗੇ। ਆਵਨ ਜਾਨਾ ਹੁਕਮ ਤਿਸੈ ਕਾ ਹੁਕਮੈ ਬੂਝ ਸਮਾਵਹਿੰਗੇ। ਹੁਣ ਨਹੀਂ ਅਸੀਂ ਇੱਥੇ ਆਉਂਦੇ। ਔਰ ਇਹ ਬਹੁਤ ਬੇਅੰਤ ਸ਼ਬਦ ਸਾਨੂੰ ਇੱਥੇ ਮਿਲਦੇ ਨੇ। ਅਸੀਂ ਨਹੀਂ ਮਰਦੇ। ਅਸੀਂ ਇੱਥੇ ਸਮਝ ਸਕੀਏ, ਅਸਾਂ ਨੇ ਸਤਿਗੁਰੂ ਦੇ ਘਰ ਜਿੱਥੇ ਪ੍ਰਾਪਤੀ ਕਰ ਲਈ ਹੈ, ਸਤ ਸੰਗਤ ਕਰਕੇ ਇੱਥੇ ਸਾਡਾ ਜਾਗਰਤੀ ਦਾ, ਚੇਤਨਾ ਦਾ ਜਨਮ ਹੋ ਜਾਏ ਤੇ ਫਿਰ ਸਾਡਾ ਜਾਣਾ ਮਿਟ ਜਾਏਗਾ। ਆਵਾ ਤੇ ਹੋਇਆ ਇੱਕ ਸ਼ਬਦ ਹੈ ਸਾਡੇ ਵਿੱਚ, ਆਵਾਗਮਨ। ਆਪ ਗੁਰਬਾਣੀ ਪੜ੍ਹਦੇ ਹਾਂ, ਅਕਸਰ ਸੇ ਪੜ੍ਹਦੇ ਹਾਂ, ਆਵਾਗਮਨ। ਦੋ ਸ਼ਬਦਾਂ ਦਾ ਜੋੜ ਹੈ। ਆਵਾ ਆ ਗਏ ਹਾਂ, ਗਮਨ ਜਾਣਾ ਪਏਗਾ, ਕਿਉਂਕਿ ਆਏ ਹਾਂ ਤੇ ਜਾਣਾ ਹੀ ਪਏਗਾ। ਪਰ ਚੇਤਨਾ ਦੇ ਪੱਖ ਤੇ ਸਿੱਖੀ ਦੇ ਬਾਰੀਕ ਮੰਡਲਾਂ 'ਚ ਜਾ ਕੇ ਅਸੀਂ ਕਵਾਂਗੇ ਆਏ ਹਾਂ, ਹੁਣ ਅਸੀਂ ਜਾਣਾ ਨਹੀਂ ਹੈ, ਕਿਉਂਕਿ ਅਸੀਂ ਗਮਨ ਮਿਟਾ ਦਿੱਤਾ ਹੈ। ਪਾਵਨ ਬਾਣੀ ਪੜ੍ਹਦੇ ਪੜ੍ਹਦੇ ਦੇਖਣਾ, ਸਰੀਰ ਦਾ ਜਨਮ ਮਾਤਾ ਦੇ ਘਰ ਹੋਇਆ, ਮਾਤਾ ਦੀ ਕੁੱਖੋਂ ਹੋਇਆ, ਇਹਦੇ ਤੇ ਬਿਨਸੀ ਜਾਣਾ ਹੈ। ਪਰ ਸਿੱਖੀ ਦਾ ਜਨਮ, ਚੇਤਨਾ ਦਾ ਜਨਮ ਜਦੋਂ ਸਤਿਗੁਰ ਦੇ ਘਰ ਹੈ, ਜਿਨ੍ਹਾਂ ਦਾ ਜਨਮ ਹੋ ਗਿਆ, ਉਹਨਾਂ ਦਾ ਗਮਨ ਮਿਟ ਗਿਆ। ਸਤਿਗੁਰ ਕੈ ਜਨਮੈ ਗਮਨ ਮਿਟਾਇਆ। ਹੁਣ ਸਤਿਗੁਰ ਦੇ ਘਰ ਜਨਮੇ ਆ,
ਹੁਣ ਗਵਨ ਮਿਟ ਗਿਆ। ਹੁਣ ਕੀ ਹੈ? ਹੁਣ ਤੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਪ੍ਰਾਪਤ ਹੋ ਗਿਆ। ਉਹ ਗਿਆਨ ਪਾਤਸ਼ਾਹ ਦੇ ਕਹਿਣ ਲੱਗੇ, ਹਿਲਾ ਕੇ ਸਤਿਗੁਰੂ ਜਗਾਉਂਦੇ ਨੇ ਜੀ ਨੂੰ ਤੇ ਸਮਝਾਉਂਦੇ ਨੇ, ਤੇਰੇ ਵਿੱਚ ਦੁੱਖ ਨਹੀਂਗਾ, ਇਹ ਜਨਮ ਤੇ ਮੌਤ ਤੇਰੇ ਤੇ ਨਹੀਂ ਗਏ, ਤੂੰ ਤੇ ਅਗਾਹ ਹੈ। ਮੁਖਾਤਬ ਤੇ ਉਸ ਜੋਗੀ ਨੂੰ ਨੇ, ਜੋਗੀ ਤੇ ਪ੍ਰਤੀਕ ਹੈ। ਦਰਅਸਲ ਸਾਡੇ ਵਾਸਤੇ ਉਪਦੇਸ਼ ਤੇ ਸਾਨੂੰ ਅੱਜ ਮਿਲਦਾ ਹੈ। ਇਸ ਨੂੰ ਪੜ੍ਹ ਤੇ ਸੁਣ ਤੇ ਅਸੀਂ ਅੱਜ ਰਹੇ ਹਾਂ। ਗੁਰੂ ਕੀ ਬਾਣੀ ਦੇ ਸਦਕੇ ਉਪਦੇਸ਼ ਅਸਾਂ ਅੱਜ ਗ੍ਰਹਿਣ ਕਰਨਾ ਹੈ। ਇਹ ਜਿਤਨੇ ਵੀ ਉਪਦੇਸ਼ ਪ੍ਰਾਚੀਨ ਗਾਥਾਵਾਂ ਦੇ ਨੇ, ਇਹ ਸਾਡੇ ਅੱਜ ਲਈ ਨੇ। ਅੱਜ ਅਸਾਂ ਪੜ੍ਹਨੇ ਨੇ, ਅੱਜ ਅਸਾਂ ਸੁਣਨੇ ਨੇ। ਉਹਨਾਂ ਤੋਂ ਜਿਤਨਾ ਸਾਡੇ ਤੋਂ ਗ੍ਰਹਿਣ ਹੋ ਸਕੇ ਅਸਾਂ ਅੱਜ ਗ੍ਰਹਿਣ ਕਰਨਾ ਹੈ ਤੇ ਆਪਣੇ ਆਪ ਨੂੰ ਸਰਲ ਕਰਨ ਦਾ ਯਤਨ ਕਰਨਾ ਹੈ। ਅੱਜ ਪਾਤਸ਼ਾਹ ਕਿਤੇ ਵਰਤਮਾਨ ਕਾਲ 'ਚ ਆ ਜਾਈਏ, ਮਹਾਰਾਜ ਕਹਿ ਰਹੇ ਨੇ, ਤੇਰੇ ਵਿੱਚ ਤੇ ਦੁੱਖ ਹੈ ਹੀ ਨਹੀਂ, ਤੂੰ ਤਾਂ ਸੁੱਖਾਂ ਦੇ ਵਿੱਚ ਜੁੜਿਆ ਹੋਇਆ ਹੈ। ਹਾਂਜੀ, ਭੂਖ ਨਾ ਤ੍ਰਿਖਾ ਨਾ ਹਵੈ ਤੋਹਿ ਮਾਹੀ। ਉਹ ਤੂੰ ਤੇ ਭੁੱਖ ਤੇ ਤੂੰ ਉੱਚੀ ਉੱਠ ਗਿਆ ਹੈ। ਕਿਉਂਕਿ ਭੁੱਖ ਤੇ ਪਹਿਲਿਆਂ ਲੈਵਲਾਂ ਤੇ ਹੈ ਨਾ, ਇਹ ਤੇ ਸਰੀਰਕ ਲੈਵਲਾਂ ਤੇ ਹੈ। ਤੇ ਅਸੀਂ ਤੇ ਸਰੀਰ ਤੋਂ ਅੱਗੇ ਦੀ ਗੱਲ ਕਰੀਏ। ਇੱਕ ਬੇਨਤੀ ਹੋਰ ਕਰਦੇ ਆ, ਇੱਥੇ ਬੈਠ ਕੇ ਅਸੀਂ ਸਰੀਰਾਂ ਦੀ ਵਿਆਖਿਆ ਨਹੀਂ ਕਰਦੇ। ਇੱਥੇ ਬੈਠ ਕੇ ਅਸੀਂ ਕਿਸੇ ਦੇ ਸਰੀਰਾਂ ਦੀ ਵਿਆਖਿਆ ਨਹੀਂ ਕਰਦੇ। ਇੱਥੇ ਬੈਠ ਕੇ ਅਗਰ ਵਿਆਖਿਆ ਕਰਨੀ ਤੇ ਮਨ ਦੀ ਕਰਦੇ ਆ। ਇੱਥੇ ਬੈਠ ਕੇ ਆਪਣੇ ਚੇਤਨਾ ਦੀ ਕਰਦੇ ਆ, ਆਪਣੀ ਕਰਦੇ ਆ। ਤੇ ਸਾਨੂੰ ਪਤਾ ਹੋਵੇ ਮੈਂ ਸਰੀਰ ਨਹੀਂ ਆ। ਸਾਡੇ ਚੋਂ ਹਰ ਕੋਈ ਜੀਵ ਇਸ ਨਿਸ਼ਚੇ ਤੇ ਪਹੁੰਚ ਜਾਏ ਕਿ ਮੈਂ ਸਰੀਰ ਨਹੀਂ ਆ, ਮੈਂ ਸਰੀਰ ਦੇ ਵਿੱਚ ਰਹਿਣ ਵਾਲਾ ਹਾਂ। ਜਿਵੇਂ ਮਕਾਨ ਵਿੱਚ ਅਸੀਂ ਰਹਿੰਦੇ ਆ, ਮਕਾਨ ਬਦਲ ਲੈਂਦੇ ਆ ਨਾ, ਸਮੇਂ ਦੇ ਨਾਲ ਪੁਰਾਣਾ ਹੋ ਜਾਂਦਾ ਹੈ, ਢਾਹ ਦਿੱਤਾ ਜਾਂਦਾ ਹੈ, ਬਣਾ ਦਿੱਤਾ ਜਾਂਦਾ ਹੈ। ਸਰੀਰ ਵੀ ਪੁਰਾਣਾ ਹੋ ਜਾਏਗਾ, ਢਾਹ ਦਿੱਤਾ ਜਾਏਗਾ, ਨਵਾਂ ਬਣ ਜਾਏਗਾ। ਪਰ ਅਸੀਂ ਤੇ ਸਰੀਰ ਦੇ ਵਿੱਚ ਰਹਿਣ ਵਾਲੇ ਆ। ਤੇ ਸਰੀਰ ਦੇ ਵਿੱਚ ਰਹਿਣ ਵਾਲੇ ਚੇਤਨ ਸਰੂਪ ਹੈ, ਜੋ ਸਾਡਾ ਸਵੈ ਸਰੂਪ ਹੈ, ਜਿਸ ਨੂੰ ਕਿਹਾ ਜਾਂਦਾ ਮਨ। ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣ ਤੋਂ ਕੌਣ ਹੈ? ਤੇਰੇ ਤੇ ਦੁੱਖ ਨਹੀਂ ਗਾ, ਤੇਰੇ ਤੇ ਕੋਈ ਸੁੱਖ ਦਾ ਪ੍ਰਭਾਵ ਨਹੀਂ, ਤੈਨੂੰ ਭੁੱਖ ਨਹੀਂ, ਤੈਨੂੰ ਤੇ ਨਹੀਂ, ਤੂੰ ਤੇ ਆਨੰਦ ਸਰੂਪ ਹੈ। ਹਰਖ ਸ਼ੋਕ ਕੋਲੇਸ਼ ਨਾ ਤੋ ਮੈਂ। ਤੇਰੇ ਤੇ ਖੁਸ਼ੀ ਤੇ ਗਮੀ ਦਾ ਪ੍ਰਭਾਵ ਨਹੀਂ। ਸ਼ਾਇਦ ਬਾਣੀ ਪੜ੍ਹਦੇ ਪੜ੍ਹਦੇ ਇੱਕ ਬਚਨ ਆਪਨੇ ਕਦੇ ਪੜ੍ਹਿਆ ਰਾਗ ਸੋਰਠ ਵਿੱਚ। ਉਹਨੂੰ ਫਿਲਾਸਫੀਕਲ ਪੜ੍ਹਨ ਸੁਣਨ ਵਾਲੇ ਮਨੁੱਖ ਦੀ, ਸਾਡੇ ਖਾਸ ਕਰਕੇ ਸਿੱਖ ਦੀ ਜੋ ਅਧਿਆਤਮਕ ਯਾਤਰਾਵਾਂ ਨੇ, ਜਿੱਥੋਂ ਸਰੀਰ ਤੋਂ ਅਸੀਂ ਪਰਮਾਰਥ ਦੀ ਯਾਤਰਾ ਕਰਦੇ ਆ। ਜਿਵੇਂ ਅਸੀਂ ਕਹਿੰਦੇ ਨਾ ਕਿ ਇੱਕ ਪਲੇਟਫਾਰਮ ਹੁੰਦਾ ਹੈ ਜਿੱਥੋਂ ਅਸੀਂ ਉੱਡਦੇ ਆ, ਜਿਹਨੂੰ ਆਪਾਂ 에ਅਰਪੋਰਟ ਕਹਿੰਦੇ ਆ। ਸਰੀਰਕ ਯਾਤਰਾ ਕਰਦੇ ਕਰਦੇ ਕਿਸੇ ਉਸ ਵਾਹੀਕਲ ਤੇ ਆ ਰਹੇ ਆ ਜੋ ਜ਼ਮੀਨ ਤੇ ਚੱਲਦਾ ਹੈ, ਉਸ ਨੂੰ ਛੱਡ ਦਿੰਦੇ ਆ। ਇਸ ਖਾਸ ਪ੍ਰੋਸੈਸ ਤੋਂ ਗੁਜ਼ਰ ਕੇ ਅਸੀਂ ਉਸ ਵਾਹੀਕਲ 'ਚ ਬੈਠ ਜਾਂਦੇ ਆ ਜੋ ਹਵਾ 'ਚ ਉੱਡ ਜਾਂਦਾ ਹੈ। ਇਸੇ ਤਰ੍ਹਾਂ ਗਿਆਨ ਦੇ ਵੀ ਕੁਝ ਪੜਾਅ ਹੁੰਦੇ ਨੇ, ਕੁਝ ਅਵਸਥਾਵਾਂ ਹੁੰਦੀਆਂ ਨੇ, ਜਿੱਥੇ ਆ ਕੇ ਸਰੀਰ ਟਿਕ ਜਾਂਦਾ ਹੈ, ਫਿਰ ਸੁਰਤ ਉਡਾਰੀ ਮਾਰਦੀ ਹੈ। ਆਹ ਸਤ ਸੰਗਤ ਉਹ ਪੜਾਵ ਹੈ, ਉਹ ਪੋਰਟ ਹੈ, ਜਿੱਥੇ ਸਰੀਰ ਨੇ ਤੇ ਸਾਵਧਾਨ ਹੋਣਾ ਹੁੰਦਾ ਹੈ ਤੇ ਸੁਰਤ ਨੇ ਸ਼ਬਦ ਦੇ ਨਾਲ ਜੁੜ ਕੇ ਫਿਰ ਅਨੰਤ ਦੀ ਉਡਾਰੀ ਮਾਰਨੀ ਹੈ। ਇਹ ਗੱਲ ਵੱਖਰੀ ਹੈ ਕਿ ਅਸੀਂ ਇਹਨੇ ਅਭਿਆਸੀ ਨਹੀਂ ਆ ਕਿ ਅਸੀਂ ਇਸ ਪੱਖ ਨੂੰ ਜਾਣ ਸਕੀਏ। ਪਰ ਸ਼ਬਦ 'ਚ ਦੱਸਿਆ ਗਿਆ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਔਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਐਸੀ ਸਾਡੀ ਸੁਰਤ ਦੀ ਅਵਸਥਾ ਬਣ ਜਾਏ। ਪਾਤਸ਼ਾਹ ਸਮਝਾਉਂਦੇ ਕਿ ਤੇਰੇ ਵਿੱਚ ਹਰਖ ਤੋਂ ਸ਼ੁਭਤਾ ਲੇਸ਼ ਮਾਤਰ ਵੀ ਪ੍ਰਭਾਵ ਨਹੀਂ ਭਾਈ। ਤੂੰ ਤੇ ਸਿੱਖ ਹੈ, ਚੇਤਨ ਸਰੂਪ, ਸ਼ੁੱਧ ਚੇਤਨ ਸਰੂਪ ਹੈ। ਤਾਈਓ ਤੇ ਤੂੰ ਜਾਗਤ ਜੋਤ ਹੈ, ਤਾਈਓ ਤੇ ਤੂੰ ਖਾਲਸ ਸਰੂਪ ਹੈ, ਤਾਈਓ ਤੇ ਤੂੰ ਗੁਰੂ ਦਾ ਰੂਪ ਹੋਵੇਂਗਾ ਨਾ। ਅਸੀਂ ਕਦੇ ਕਦੇ ਪੜ੍ਹਦੇ ਨਾ, ਠੀਕ ਹੈ, ਅਸੀਂ ਵਿਸਾਖੀ ਦੇ ਸਮਾਗਮਾਂ ਤੇ ਪੜ੍ਹਦੇ ਖਾਲਸਾ ਮੇਰੋ ਰੂਪ ਹੈ ਖਾਸ, ਤੇ ਖਾਲਸਾ ਉਹੀ ਰੂਪ ਹੈ ਨਾ। ਉਹ ਸਾਡੇ ਤੁਹਾਡੇ ਨਾਲ ਲੜਨ ਝਗੜਨ ਵਾਲਾ ਥੋੜਾ ਨਹੀਂ, ਸ਼ੁੱਧ ਚੇਤਨ ਸਰੂਪ, ਗੁਣਾਂ ਦਾ ਭਰਪੂਰ, ਗੁਣਾਂ ਦਾ ਮੁਜੱਸਮਾ, ਗੁਰੂ ਕੇ ਪਿਆਰ ਦੇ ਆਵੇਸ਼ ਵਿੱਚ, ਗੁਰੂ ਕੇ ਪਿਆਰ ਦੇ ਹੋਸ਼ ਵਿੱਚ ਬਿਲਕੁਲ ਸ਼ੁੱਧ ਸਰੂਪ ਸੱਤ ਤੇ ਟਿਕਿਆ ਹੋਇਆ। ਉਹਨੂੰ ਕਾਹਦਾ ਲੇਸ਼ ਮਾਤਰ ਨਾ ਦੁੱਖ ਹੈ, ਨਾ ਹਰਖ ਹੈ, ਨਾ ਸ਼ੋਕ ਹੈ, ਨਾ ਗਮੀ ਹੈ। ਉਹ ਤੇ ਆਨੰਦ ਵਿੱਚ ਟਿਕਿਆ। ਇਸੇ ਕਰਕੇ ਖਾਲਸਾ ਨਿਤ ਆਨੰਦ ਵਿੱਚ ਰਹਿੰਦਾ ਹੈ। ਹਾਂਜੀ, ਇਨ ਤੇ ਪਰੇ ਰੂਪ ਲਖ ਸੋ ਮੈਂ। ਇਹ ਤੋਂ ਅੱਗੇ ਸੋਚ ਯਾਦ ਰੱਖਣਾ। ਇੱਥੇ ਬੈਠ ਕੇ ਅਸੀਂ ਇਸ ਤੋਂ ਅਗਲੀ ਗੱਲ ਕਰਨੀ ਹੈ। ਸਰੀਰਾਂ ਦੇ ਵਿਗਿਆਨ ਦੀਆਂ ਗੱਲਾਂ ਤੇ ਬਹੁਤ ਵਾਰ ਕਰ ਬੈਠੇ ਆ।
ਸ਼ਰੀਰਾਂ ਦੇ ਦੁੱਖਾਂ ਸੁੱਖਾਂ ਦੀ ਗੱਲਾਂ ਤੇ ਆਪਾਂ ਬਹੁਤ ਵਾਰ ਕਰ ਬੈਠੇ ਆ। ਇਆਂ ਹੂੰ ਜੁਗਤ ਬਿਹਾਨੇ ਕਈ ਜਨਮ, ਇਦਾਂ ਤੇ ਆਪਾਂ ਅੱਗੇ ਵੀ ਕਈ ਜਨਮ ਗੁਜ਼ਾਰ ਚੁੱਕੇ ਆ। ਬੇਨਤੀ ਹੈ ਨਾਨਕ ਰਾਖ ਲੈ ਹੋ ਆਪਨ ਕਰ ਕਰਮ, ਇਹ ਪਾਤਸ਼ਾਹ ਰੱਖ ਲੈ। ਹੁਣ ਅੱਗੇ ਦੀ ਆਪਾਂ ਕੋਈ ਗੱਲ ਕਰੀਏ। ਪਾਤਸ਼ਾਹ ਕਹਿਣ ਲੱਗੇ ਅੱਗੇ ਦੇਖ, ਇਹਨਾਂ ਤੇ ਹਰ ਸੁਖ ਤੋਂ ਨਿੰਦਾ ਚੁਗਲ ਤੋਂ ਦੁੱਖ ਸੁਖ ਤੋਂ ਤੂੰ ਤੇ ਮੁਕਤ ਹੈ, ਤੇਰੇ ਵਿੱਚ ਕੁਛ ਨਹੀਂਗਾ, ਕੋਈ ਵੀ ਐਸ ਲਿਸ਼ ਮਾਤਰ ਨਹੀਂ, ਤੂੰ ਤੇ ਆਨੰਦ ਸਰੂਪ ਹੈ। ਹਾਂਜੀ, ਇਤਿਆਦਿਕ ਜਬ ਦੇ ਉਪਦੇਸ਼। ਇਸ ਪ੍ਰਕਾਰ ਪਾਤਸ਼ਾਹ ਸਾਹਿਬ ਜੀ ਨੇ ਜਦੋਂ ਪਿਆਰ ਦਾ ਉਪਦੇਸ਼ ਦਿੱਤਾ ਤੇ ਪਿਆਰ ਦਾ ਉਪਦੇਸ਼ ਦੇ ਕੇ ਹਿਰਦੇ ਹਾਨ ਅਗਿਆਨ ਅਸ਼ੇਸ਼। ਹਿਰਦੇ ਦਾ ਅਗਿਆਨ ਉਤਾਰ ਦਿੱਤਾ, ਕਿਉਂਕਿ ਸ਼ਬਦ ਜੋਤ ਜੋ ਕੋ ਬਚਨ ਚੋਂ ਪ੍ਰਵਾਹਿਤ ਹੁੰਦੀ ਹੈ। ਜਿਵੇਂ ਸਧਾਰਨਤਾ ਅਸੀਂ ਕੋਈ ਦੀਪਕ ਜਗਾ ਲੈਨੇ ਆ ਤੇ ਆਲੇ ਦੁਆਲੇ ਦਾ ਅੰਧਕਾਰ ਵਿਨਾਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਗੁਰੂ ਕੀ ਅੰਮ੍ਰਿਤਮਈ ਦ੍ਰਿਸ਼ਟੀ ਅਤੇ ਅੰਮ੍ਰਿਤ ਭਰਪੂਰ ਸ਼ਬਦ ਸਾਡੇ ਹਿਰਦੇ ਤੇ ਪ੍ਰਵੇਸ਼ ਕਰਦਾ ਹੈ, ਸ਼ਬਦ ਕੰਨਾਂ ਦੇ ਰਾਹੀਂ ਹਿਰਦੇ 'ਚ ਪ੍ਰਵੇਸ਼ ਕਰਦਾ ਹੈ, ਸਾਡੇ ਤੇ ਗੁਰੂ ਕੀ ਕਿਰਪਾ ਦ੍ਰਿਸ਼ਟੀ ਪਏਗੀ ਤੇ ਫਿਰ ਉਹਦਾ ਅਗਿਆਨਤਾ ਦਾ ਅੰਧਕਾਰ ਵਿਨਾਸ਼ ਹੋ ਜਾਂਦਾ ਹੈ। ਜਿਹਨੂੰ ਸਿੱਖਨੇ ਅਗਿਆਨ ਅੰਧੇਰ ਵਿਨਾਸ਼, ਅਗਿਆਨ ਅੰਧੇਰ ਵਿਨਾਸ਼ ਹੋਇਆ ਜਾਣ ਕੇ ਮਹਾਰਾਜ ਨੇ ਕੀ ਕਿਰਪਾ ਕੀਤੀ। ਪਾਬੇ ਜਗਤ ਝੂਠ ਇਮ ਮਨ। ਜਦੋਂ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਿਸੇ ਨੂੰ ਤੇ ਫਿਰ ਉਹੀ ਜੀ ਇਸ ਜਗਤ ਨੂੰ ਝੂਠ ਮੰਨਦਾ, ਜਗਤ ਨੂੰ ਜਾਣ ਲੈਂਦਾ ਹੈ। ਆ ਜੋ ਕੁਝ ਵੀ ਦਿਸ ਰਿਹਾ ਹੈ ਇਹ ਬਿਨਸ ਜਾਣ ਵਾਲਾ ਹੈ। ਜੋ ਦਿਸੈ ਸੋ ਸਕਲ ਵਿਨਾਸ਼ ਹੈ। ਜੋ ਵੀ ਦੇਖਿਆ ਜਾ ਸਕਦਾ ਹੈ ਇਹਨਾਂ ਅੱਖਾਂ ਦੇ ਨਾਲ ਉਹਦਾ ਵਿਨਾਸ਼ ਹੋ ਜਾਣਾ ਲਾਜ਼ਮੀ ਕਰਾਰ ਹੈ, ਉਸਨੇ ਮਿਟ ਹੀ ਜਾਣਾ ਹੈ। ਤੇ ਸਿਆਣੇ ਗਿਆਨ ਖੇਤਰ ਵਿੱਚ ਆ ਕੇ ਮੰਨਦੇ ਨੇ ਕਿ ਜੋ ਵੇਖਿਆ ਜਾਂਦਾ ਹੈ ਉਹ ਵਿਨਾਸ਼ਿਤ ਹੋਣਾ ਲਾਜ਼ਮੀ ਕਰਾਰ ਹੈ ਨਾ। ਤੇ ਫਿਰ ਅਸੀਂ ਤੇ ਦ੍ਰਿਸ਼ਮਾਨ ਦੀ ਗੱਲ ਕਰਦੇ ਹਾਂ, ਅਸੀਂ ਤੇ ਹੋਰ ਅਗਲੀ ਗੱਲ ਕਰਦੇ ਹਾਂ, ਅਸੀਂ ਤੇ ਉਹਦੀ ਗੱਲ ਕਰਦੇ ਹਾਂ ਜਿਹੜਾ ਕਦੇ ਇਹਨਾਂ ਅੱਖਾਂ ਨੇ ਦੇਖਿਆ ਨਹੀਂ ਜਾਂਦਾ, ਪਰ ਹੈ। ਇਹ ਨਹੀਂ ਕਿ ਨਹੀਂ ਹੈ, ਉਹ ਹੈ, ਪਰ ਉਹਨੂੰ ਦੇਖਣ ਵਾਸਤੇ ਅੱਖੜੀਆਂ ਬਿਆਨ ਚਾਹੀਦੀਆਂ ਨੇ। ਤੇ ਅੱਖੜੀਆਂ ਬਿਆਨ ਗਿਆਨ ਦੀ ਰੋਸ਼ਨੀ ਕਰਕੇ ਜੋ ਗੁਰੂ ਵੱਲੋਂ ਪ੍ਰਾਪਤ ਹੁੰਦੀ ਉਹਦੇ ਨੂੰ ਦੇਖਿਆ ਜਾਂਦਾ ਹੈ ਤੇ ਝੂਠ ਸਮਝ ਆ ਜਾਂਦਾ ਹੈ। ਤੇ ਸਿਆਣੇ ਦੀ ਦ੍ਰਿਸ਼ਟੀ ਵਿੱਚ ਆ ਝੂਠ ਉਹ ਹੁੰਦਾ ਹੈ ਜੋ ਦੇਖ ਰਹੇ ਹਾਂ ਪਰ ਹੋਵੇ ਨਾ। ਅਸੀਂ ਤੁਸੀਂ ਸਾਰੇ ਇੱਕ ਦੂਜੇ ਨੂੰ ਦੇਖਦੇ ਹਾਂ, ਮਿੱਥਿਆ ਹਾਂ, ਇੱਥੇ ਝੂਠਤਾ ਭਾਵ ਮਿੱਥਿਆ। ਮਿੱਥਿਆ ਉਹ ਹੁੰਦਾ ਜੋ ਹੈ ਪਰ ਹੋਵੇ ਨਾ, ਤੇ ਸੱਤ ਉਹ ਹੁੰਦਾ ਜੋ ਹੈ ਤੇ ਹੋਵੇ ਵੀ। ਪਿੱਛੇ ਤੇ ਸੀਗਾ ਕਿ ਨਹੀਂ ਸਾਨੂੰ ਪਤਾ ਹੀ ਨਹੀਂ। ਸੱਤ ਤ੍ਰੈਕਾਲ ਇੱਕ ਸਮਾਨ ਹੁੰਦਾ ਹੈ, ਆਦ ਸੱਚ ਹੁੰਦਾ ਹੈ ਨਾ, ਜੁਗਾਦ ਸੱਚ ਹੁੰਦਾ ਹੈ ਨਾ, ਹੈ ਵੀ ਸੱਚ, ਹੋਸੀ ਵੀ ਸੱਚ ਦੱਸਿਆ ਨਾ ਪਾਤਸ਼ਾਹ ਨੇ ਆਪਣਾ ਨਾਂ ਲੈ ਕੇ। ਸੱਤ ਉਹ ਹੈ ਜੋ ਸਾਡੇ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵੀ ਹੋਵੇਗਾ। ਮਿੱਥਿਆ ਉਹ ਹੈ, ਹੋ ਸਕਦਾ ਉਹ ਕੱਲ ਹੋਵੇ, ਪਰ ਅੱਜ ਵੀ ਹੋਵੇ, ਪਰ ਕੱਲ ਨਹੀਂ ਹੋਵੇਗਾ। ਗਿਆਨੀਆਂ ਦੀ ਭਾਸ਼ਾ 'ਚ ਕਹਿ ਦਿਆਂ, ਸੱਤ ਉਹ ਹੈ ਜੋ ਹਮੇਸ਼ਾ ਹੈ ਤੇ ਮਿੱਥਿਆ ਉਹ ਹੈ ਜੋ ਹੈ ਪਰ ਹੋਏਗਾ ਨਹੀਂ। ਦਾਵਾ ਨਹੀਂ ਨਾ ਕਿ ਅਸੀਂ ਹੋਵਾਂਗੇ। ਹੁਣ ਬੈਠੇ ਆ, ਇਹ ਠੀਕ ਹੈ, ਦੇਖਦੇ ਆ, ਸੁਣਦੇ ਆ, ਛੂ ਸਕਦੇ ਆ, ਪਰ ਅਗਲੇ ਪਲ ਅਸੀਂ ਹੋਵਾਂਗੇ ਕਿ ਨਹੀਂ ਇਹ ਕੋਈ ਦਾਵਾ ਨਹੀਂ। ਕੱਲ ਤੇ ਬੜੀ ਦੂਰ ਦੀ ਗੱਲ ਹੈ, ਅਗਲਾ ਦਮ ਆਏਗਾ ਕਿ ਨਹੀਂ ਆਏਗਾ, ਅਸੀਂ ਹੋਵਾਂਗੇ ਕਿ ਨਹੀਂ ਹੋਵਾਂਗੇ, ਦਾਵਾ ਨਹੀਂ। ਅਸੀਂ ਕਿਉਂਕਿ ਮਿੱਥਿਆ ਹਾਂ, ਸਰੀਰ ਹੈ ਨਾ। ਕਹਿਣ ਲੱਗੇ ਅੱਗੇ ਝੂਠ ਦੀ ਇਸ ਮਿੱਥਿਆ ਦੀ ਸਮਝ ਆ ਜਾਂਦੀ ਜਦੋਂ ਗਿਆਨ ਹਿਰਦੇ 'ਚ ਪ੍ਰਵੇਸ਼ ਕਰਦਾ ਹੈ। ਤਿਸ ਪਰ ਸ੍ਰੀ ਗੁਰ ਸ਼ਬਦ ਬਖਾਨ। ਇਸ ਨੂੰ ਸਮਝਾਉਣ ਵਾਸਤੇ ਬੇਨਤੀ ਕਰਾਂ, ਜਦੋਂ ਹਿਰਦਾ ਤਿਆਰ ਹੋ ਜਾਂਦਾ ਹੈ, ਭਾਂਡਾ ਸਾਫ਼ ਹੋ ਜਾਂਦਾ ਹੈ ਨਾ, ਫਿਰ ਉਹਦੇ ਵਿੱਚ ਅੰਮ੍ਰਿਤ ਪਾ ਦਿੱਤਾ ਜਾਂਦਾ ਹੈ। ਸਾਨੂੰ ਇੱਕ ਜੁਗਤ ਦਿੱਤੀ ਹੈ, ਅਭਿਆਸੀਆਂ ਨੇ ਪਾਠ ਕਰਦੇ ਕਰਦੇ ਪੜ੍ਹਿਆ, ਸਤਿਗੁਰੂ ਦੱਸਿਆ ਆਪਾਂ ਦੁੱਧ ਲੈਣ ਜਾਣੇ ਆ ਤੇ ਇੱਕ ਜੁਗਤ ਦਿੱਤੀ ਹੈ ਨਾ ਕਿ ਪਹਿਲਾਂ ਭਾਂਡਾ ਧੋ ਕੇ ਜਾਇਓ, ਸਾਫ਼ ਕਰਕੇ ਜਾਇਓ, ਤਾਂ ਦੁੱਧ ਲੈਣ ਜਾਇਓ। ਭਾਂਡਾ ਧੋਏ ਬੈਸ ਧੂਪ ਦੇਵਾਓ ਤਾਂ ਦੁੱਧ ਕੋ ਜਾਵੋ। ਤੇ ਜੇ ਮੈਲਾ ਭਾਂਡਾ ਲੈ ਕੇ ਦੁੱਧ ਲੈਣ ਚਲੇ ਜਾਓਗੇ ਤੇ ਫਿਰ ਦੁੱਧ ਹੀ ਸਿਆਣਾ ਕੁਝ ਦੁੱਧ ਨਹੀਂ ਪਾ ਦੇਵੇਗਾ। ਇਵੇਂ ਹੀ ਜਦੋਂ ਉਪਦੇਸ਼ ਦੇ ਸਦਕੇ, ਗਿਆਨ ਦੇ ਸਦਕੇ ਹਿਰਦਾ ਨਿਰਮਲ ਹੋ ਜਾਂਦਾ ਹੈ, ਅੰਮ੍ਰਿਤਮਈ ਦ੍ਰਿਸ਼ਟੀ ਦੇ ਸਦਕੇ ਹਿਰਦਾ ਨਿਰਮਲ ਹੋ ਜਾਂਦਾ ਹੈ, ਨਿਰਮਲ ਹਿਰਦੇ ਦੇ ਵਿੱਚ ਫਿਰ ਮਹਾਰਾਜ ਦੇ ਸ਼ਬਦ ਦਾ ਨਿਵਾਸ ਹੁੰਦਾ ਹੈ। ਸਾਡੇ ਵਿੱਚ ਇਸ ਜੋ ਅਸੀਂ ਬਾਰ-ਬਾਰ ਗੱਲਾਂ ਕਰਦੇ ਹਾਂ ਜੀ, ਬਾਣੀ ਪੜ੍ਹਦੇ ਹਾਂ, ਜਾਪ ਕਰਦੇ ਹਾਂ, ਪਰ ਖਿਆਲ ਬੜੇ ਆਉਂਦੇ ਨੇ, ਫੁਰਨੇ ਬੜੇ ਆਉਂਦੇ ਨੇ, ਚਿੱਤ ਨਹੀਂ ਟਿਕਦਾ, ਮਨ ਨਹੀਂ ਲੱਗਦਾ ਲਿਵ, ਕਿਉਂਕਿ ਹਿਰਦੇ 'ਚ ਮੈਲ ਹੈ।
ਤੇ ਜਦੋਂ ਤੱਕ ਮਹਿਲ ਰਹੇਗੀ ਉਦੋਂ ਤੱਕ ਬਦ ਖਿਆਲ ਆਉਂਦੇ ਰਹਿਣਗੇ। ਜਿਵੇਂ ਬਾਹਰ ਮਹਿਲ ਹੋਵੇ ਤੇ ਉਹਦੇ ਚੋਂ ਬਦਬੂ ਨਿਕਲਦੀ ਰਹੇਗੀ, ਭਾਵੇਂ ਅਸੀਂ ਚਿੱਟੀ ਚਾਦਰ ਪਾ ਦਈਏ ਪਰ ਉਹਦੀ ਬਦਬੂ ਦੱਸ ਦੇਵੇਗੀ ਇੱਥੇ ਮਹਿਲ ਹੈ। ਤੇ ਠੀਕ ਇਸੇ ਤਰ੍ਹਾਂ ਚਿੱਤ ਵਿੱਚ ਅਗਰ ਮਹਿਲ ਹੈ ਤੇ ਬਦ ਖਿਆਲ ਆਉਂਦੇ ਰਹਿਣਗੇ, ਬਦ ਖਿਆਲ ਬਣੇ ਰਹਿਣਗੇ। ਜਦੋਂ ਖਿਆਲ ਬਦਲਣਾ ਸ਼ੁਰੂ ਹੋ ਜਾਣ ਸਮਝਣਾ ਚਿੱਤ ਦੀ ਸੁਤੁਲਾਈ, ਚਿੱਤ ਦੀ ਸੁਧਾਈ ਹੋਣ ਲੱਗ ਪਈ। ਤੇ ਜਦੋਂ ਖਿਆਲ ਮਿਟ ਜਾਣ ਕੇਵਲ ਇੱਕ ਖਿਆਲ ਰਹਿ ਜਾਏ, ਗੁਰੂ का ख्याल, प्राप्ति का ख्याल, गुरु की बख्शिश का ख्याल, प्रसाद प्राप्त करने का ख्याल, किरपा प्राप्त करने का ख्याल दृढ़ हो जाए तो फिर उत्थे किरपा वरत जाती। यही एक सानू पुराने युग मिली, जदों बिल्कुल माहौल निर्मल हो जाता है। फिर बाबा नानक क्या करते सन, प्यारिओ चुप कर गए ना मरदानिया, रबाब संभाल बाणी आई है। फिर उस बाणी के बख्शिशां ਹਿਰਦੇ 'ਚ ਪੈਂਦੀਆਂ ਤੇ ਜਿਸ ਹਿਰਦੇ 'ਚ ਉਹ ਇੱਕ ਤੁਕ ਵੀ ਪੈ ਜਾਂਦੀ ਨਿਰਮਲ ਹੋ ਜਾਂਦਾ। ਹੁਣ ਇਹਦਾ ਚਿੱਤ ਗਿਆਨ ਉਪਦੇਸ਼ ਸਦਕੇ, ਸਤਸੰਗਤ ਦੇ ਸਦਕੇ, ਰਹਿਮਤ ਭਰੀ ਦ੍ਰਿਸ਼ਟੀ ਦੇ ਸਦਕੇ ਨਿਰਮਲ ਹੋ ਗਿਆ ਤੇ ਨਿਰਮਲ ਹਿਰਦੇ 'ਚ ਸ਼ਬਦ ਦੀ ਬਰਕਤ ਪੈਣ ਲੱਗੀ। ਪਾਤਸ਼ਾਹ ਸ੍ਰਿਸ਼ਟ ਪਿਆਰ ਭਰਿਆ ਅੰਮ੍ਰਿਤਮਈ ਸ਼ਬਦ ਉੱਥੇ ਬਖਸ਼ਿਸ਼ ਕੀਤਾ, ਜਿਸ ਦਾ ਪਾਠ ਦਰਸ਼ਨ ਆਪਾਂ ਕਰਦੇ ਹਾਂ। ਸੂਹੀ ਮਹੱਲਾ ਪੰਜਵਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਬਾਜੀਗਰ ਜੈਸੇ ਬਾਜੀ ਪਾਈ। ਇਹ ਪਾਤਸ਼ਾਹ ਨੇ ਅੰਮ੍ਰਿਤਮਈ ਬਚਨ ਉੱਥੇ ਫਿਰ ਬਖਸ਼ਿਸ਼ ਕੀਤਾ, ਜਿਹਦੇ ਰਾਹੀਂ ਵੀ ਗਿਆਨ ਉਹੀ ਮਿਲਦਾ ਹੈ। ਪਰ ਇੱਕ ਬੇਨਤੀ ਨਿੱਕੀ ਜਿਹੀ ਨਾਲ ਸਾਂਝੀ ਕਰਨਾ ਚਾਹਾਂਗਾ, ਸ਼ਬਦ ਵਿੱਚ ਵੀ ਅੱਖਰ ਸਾਨੂੰ ਉਹੋ ਜਿਹੇ ਲੱਗਦੇ ਨੇ ਜਿਹੋ ਜਿਹੇ ਅੱਖਰ ਅਸੀਂ ਤੁਸੀਂ ਬੋਲਦੇ ਹਾਂ। ਇਹ 'ਚ ਕੋਈ ਦੋ ਰਾਏ ਨਹੀਂ ਕਿ ਅੱਖਰ ਉਹੋ ਜਿਹੇ ਹੁੰਦੇ ਨੇ, ਬੋਲ ਉਹੋ ਜਿਹੇ ਹੁੰਦੇ ਨੇ, ਪਰ ਇਹਨਾਂ ਅੱਖਰਾਂ ਦੇ ਵਿੱਚ, ਇਹਨਾਂ ਬੋਲਾਂ ਦੇ ਵਿੱਚ ਤਾਸੀਰ ਬੜੀ ਵੱਡੀ ਹੁੰਦੀ ਹੈ। ਸਾਡੇ ਤੁਹਾਡੇ ਅੱਖਰਾਂ ਦੇ ਵਿੱਚ, ਸਾਡੇ ਤੁਹਾਡੇ ਬੋਲਾਂ ਦੇ ਵਿੱਚ ਕੋਈ ਤਾਸੀਰ ਬਲ ਨਹੀਂ ਹੁੰਦਾ। ਇਸ ਨੂੰ ਸਮਝਣਾ ਹੋਵੇ ਤੇ ਸ਼ਾਇਦ ਸੰਸਾਰ ਦਰਸ਼ਨ 'ਚ ਇੰਝ ਸਮਝਿਆ ਜਾ ਸਕਦਾ, ਇਹਦੇ ਵਿੱਚ ਤਾਸੀਰ ਬਲ ਕਿਹੋ ਜਿਹਾ ਹੁੰਦਾ ਹੈ। ਜਿਵੇਂ ਇੱਕ ਜੱਜ ਦੇ ਕਮਰੇ ਦੇ ਸਾਹਮਣੇ, ਅਦਾਲਤ ਦੇ ਸਾਹਮਣੇ ਖੜਾ ਹੋਇਆ ਕਰਦਲੀ ਕਿਸੇ ਵਿਅਕਤੀ ਦਾ ਨਾਂ ਲੈਂਦਾ ਤੇ ਜਿਸ ਬੰਦੇ ਦਾ ਨਾਂ ਲੈਂਦਾ ਉਹ ਜੀ ਹਜ਼ੂਰ ਕਹਿੰਦਾ ਹੋਇਆ ਨਠਿਆ ਆਉਂਦਾ ਹੈ। ਅਰਦਲੀ ਦੀ ਆਵਾਜ਼ ਗੂੰਜਦੀ ਹੈ, ਬੰਦੇ ਦਾ ਨਾਂ ਲੈਂਦਾ ਹਾਜ਼ਰ ਹੋ, ਤੇ ਬੰਦਾ ਨੱਠਾ ਆਉਂਦਾ ਹੈ, ਹੱਥ ਵੀ ਜੋੜਦਾ ਹੈ, ਜੀ ਹਜ਼ੂਰ ਵੀ ਕਹਿੰਦਾ ਹੈ, ਸਿਰ ਝੁਕਾ ਕੇ ਉਸ ਕਮਰੇ 'ਚ ਪ੍ਰਵੇਸ਼ ਕਰ ਜਾਂਦਾ ਹੈ। ਤੇ ਕਿਤੇ ਉਹ ਅਰਦਲੀ ਸੜਕ ਤੇ ਖਲੋ ਕੇ, ਬਾਜ਼ਾਰ 'ਚ ਖਲੋ ਕੇ, ਆਪਣੇ ਘਰ ਜਿੱਥੇ 10 20 50 ਹੋਰ ਬੰਦੇ ਖੜੇ ਹੋਣ ਉਹਨਾਂ 'ਚ ਖਲੋ ਕੇ ਇਸੇ ਤਰ੍ਹਾਂ ਹੋਕਾ ਲਾਵੇ ਤੇ ਸ਼ਾਇਦ ਕੋਈ ਕੰਨ ਨਹੀਂ ਧਰਦਾ। ਪਤਾ ਕਿਉਂ? ਇੱਥੇ ਬੋਲਦਾ ਤੇ ਅਰਦਲੀ ਹੈ, ਪਰ ਤਾਕਤ ਜੱਜ ਦੀ ਕੰਮ ਕਰਦੀ ਹੈ। ਮੁਖ ਅਰਦਲੀ ਦਾ ਹੈ, ਸ਼ਰੀਰ ਅਰਦਲੀ ਦਾ ਹੁੰਦਾ ਹੈ, ਤਾਕਤ ਜੱਜ ਦੀ ਕੰਮ ਕਰਦੀ। ਉਹ ਬੰਦਾ ਜੱਜ ਦੀ ਤਾਕਤ ਕਰਕੇ ਭੱਜਿਆ ਆਉਂਦਾ ਹੈ, ਨਾ ਕਿ ਅਰਦਲੀ ਦੀ ਆਵਾਜ਼ ਕਰਕੇ। ਇਸੇ ਤਰ੍ਹਾਂ ਅਸੀਂ ਤੁਸੀਂ ਇੱਕ ਦੂਜੇ ਨੂੰ ਕੁਝ ਕਹਿੰਦੇ ਆ, ਸਾਡੀ ਤਾਕਤ ਕਿੰਨੀ ਕੁ ਆ, ਉਸ ਅਰਦਲੀ ਵਾਂਗ ਜੋ ਗਲੀ 'ਚ ਬੋਲਦਾ ਕੋਈ ਕੀਮਤ ਨਹੀਂ। ਪਰ ਜਦੋਂ ਪਿੱਛੇ ਮਾਲਕ ਦੀ ਤਾਕਤ ਹੋਵੇ ਤੇ ਫਿਰ ਅਰਦਲੀ ਦੇ ਬੋਲ 'ਚ ਗੁੰਜਾਰ ਹੁੰਦੀ ਹੈ। ਕੁਝ ਤਾਕਤ ਸਾਹਮਣੇ ਵਾਲਾ, ਸੁਣਨ ਵਾਲਾ ਵਿਚਲੇ ਨੂੰ ਨਹੀਂ ਸੁਣਦਾ, ਉਸ ਤਾਕਤ ਨੂੰ ਜਾਣਦਾ ਹੈ ਕਿ ਤਾਕਤ ਬਹੁਤ ਵੱਡੀ ਹੈ। ਅਗਰ ਇਸ ਦੀ ਤਾਕਤ ਅੱਗੇ ਸਿਰ ਨਾ ਝੁਕਾਇਆ ਤੇ ਟੰਗ ਦੇਵੇਗਾ, ਸਜ਼ਾ ਦੇ ਦੇਵੇਗਾ। ਇਹ ਤਾਕਤ ਗੁਰੂ ਦੀ ਹੈ, ਤਾਕਤ ਕਰਤੇ ਦੀ ਹੈ। ਬੋਲ ਉਦਾਂ ਦੀ ਲੱਗਦੇ ਨੇ ਪਾਤਸ਼ਾਹ ਕਹਿੰਦੇ ਕਿ ਜਿਵੇਂ ਬਾਜੀਗਰ ਇੱਕ ਬਾਜੀ ਪਾਉਂਦਾ ਹੈ ਨਾ, ਇਸੇ ਤਰ੍ਹਾਂ ਸੰਸਾਰ ਦੇ ਤਮਾਸ਼ੇ ਦੇਖ। ਹਾਂਜੀ, ਨਾਨਾ ਰੂਪ ਭੇਖ ਦਿਖਲਾਈ। ਤੇ ਜਿਵੇਂ ਉਹ ਬਾਜੀਗਰ ਅਨੇਕਾਂ ਪ੍ਰਕਾਰ ਦੇ ਨਾਨਾ ਰੂਪ ਦਿਖਾ ਕੇ ਬਾਜੀ ਪਾਉਂਦਾ। ਆ ਪਿੰਡਾਂ ਦੇ ਵਿੱਚ ਵਡੇਰਿਆਂ ਦੇਖਿਆ ਹੋਣਾ, ਬਾਜੀਗਰ ਆਉਂਦੇ ਸਨ, ਬਾਜੀਆਂ ਪਾਉਂਦੇ ਸਨ, ਲੋਕ ਇਕੱਠੇ ਹੋ ਕੇ ਤਮਾਸ਼ਾ ਦੇਖਦੇ ਸਨ ਤੇ ਬਾਜੀਗਰ ਆਪਣੇ ਕੱਲਾ ਹੀ ਸਾਰੀ ਬਾਜੀ, ਸਾਰਾ ਖੇਡ ਤਮਾਸ਼ਾ ਦਿਖਾਉਂਦਾ। ਪਾਤਸ਼ਾਹ ਉਸੇ ਦ੍ਰਿਸ਼ਟਾਂਤ ਨੂੰ ਇੱਥੇ ਵਰਤੇ ਨੇ, ਜਿਵੇਂ ਬਾਜੀਗਰ ਬਾਜੀ ਪਾਉਂਦਾ ਹੈ, ਅਨੇਕਾਂ ਪ੍ਰਕਾਰ ਦੇ ਖੇਲ ਦਿਖਾਉਂਦਾ ਹੈ। ਸਾਂਗ ਉਤਾਰ ਥੰਮਿਓ ਪਾਸਾਰ। ਸਮਾਂ ਪਾ ਕੇ ਉਹ ਆਪਣੀ ਬਾਜੀ ਪੂਰੀ ਕਰ ਲੈਂਦਾ ਹੈ। ਜੋ ਉਹਨੇ ਸੁਆਂਗ ਪਾਇਆ ਹੁੰਦਾ, ਲਿਬਾਸ ਵੱਖਰਾ ਜਿਹਾ ਪਾ ਲੈਂਦਾ ਹੈ, ਉਹ ਸਾਰਾ ਉਤਾਰ ਦਿੰਦਾ ਹੈ, ਸਾਰਾ ਸਮਾਨ ਇਕੱਠਾ ਕਰ ਲੈ, ਸਾਰੇ ਪਸਾਰੇ ਨੂੰ ਇਕੱਠਿਆਂ ਕਰਕੇ ਫਿਰ ਡੱਬੇ 'ਚ ਪਾ ਲੈਂਦਾ ਹੈ। ਤਬ ਏਕੋ ਏਕੰਕਰ। ਬਾਜੀ ਦੇ ਪਸਾਰੇ ਤੋਂ ਪਹਿਲਾਂ ਵੀ ਉਹ ਕੱਲਾ ਸੀ, ਬਾਜੀ ਦੇ ਪਸਰਨ ਦੇ ਵਿੱਚ ਵੀ ਉਹ ਕੱਲਾ ਹੀ ਹੈ, ਤੇ ਬਾਜੀ ਦੇ ਬੰਦ ਹੋ ਜਾਣ ਤੋਂ ਬਾਅਦ ਵਿੱਚ ਵੀ ਉਹ ਕੱਲਾ ਹੀ ਹੈ। ਬਸ ਵੇਖਣ ਚ ਆਖਣ ਚ ਸਾਨੂੰ ਤਾਂ ਲੱਗਦਾ ਸੀ ਕਿ ਬੜਾ ਵੱਡਾ ਤਮਾਸ਼ਾ ਹੈ, ਬਹੁਤ ਕੁਝ ਹੈ, ਪਰ ਉਹ ਕੱਲਾ ਹੀ ਵਰਤ ਰਿਹਾ ਸੀ।
ਕਮਣ ਰੂਪ ਦ੍ਰਿਸ਼ਟਿਓ ਬਿਨਸਾਇਓ। ਇਸੇ ਤਰ੍ਹਾਂ ਕਹਿੰਦੇ ਮਹਾਰਾਜ ਕਹਿੰਦੇ ਨੇ ਜੋ ਦੇਖਦੇ ਹਾਂ ਇਹ ਕਿਹੜਾ ਰੂਪ ਆਉਂਦਾ ਹੈ, ਦਿਸਦਾ ਹੈ ਤੇ ਬਿਨਸਦਾ ਹੈ। ਇਹ ਸਾਨੂੰ ਤਾਂ ਲੱਗਦਾ ਕਿ ਕੁਝ ਆ ਗਿਆ ਤੇ ਕੁਝ ਚਲਾ ਗਿਆ, ਕੁਝ ਜੰਮ ਗਿਆ ਤੇ ਕੁਝ ਮਰ ਗਿਆ, ਕੁਝ ਬਨਸ ਗਿਆ, ਪਰ ਨਹੀਂ, ਇਹ ਹੁਕਮ ਦੀ ਕਲਾ ਉਹ ਆਪ ਹੀ ਆਪ ਹੈ। ਹਾਂਜੀ, ਕਤ ਹੈ ਗਇਓ ਉਹ ਕਤ ਤੇ ਆਇਓ। ਜੋ ਤਮਾਸ਼ਾ ਦੇਖਦਿਆਂ ਸੀ, ਰੂਪ ਦੇਖਿਆ ਸੀ, ਉਹ ਕਿੱਧਰੋਂ ਆਇਆ ਤੇ ਕਿੱਧਰ ਚਲਾ ਗਿਆ। ਦਰਅਸਲ ਉਹ ਕਿਤਿਓਂ ਆਇਆ ਨਹੀਂ ਸੀ, ਕਿਤੇ ਗਿਆ ਨਹੀਂ, ਕੁਝ ਸਮੇਂ ਲਈ ਪ੍ਰਗਟ ਹੋਇਆ, ਕੁਝ ਸਮੇਂ ਲਈ ਅਲੋਪ ਹੋ ਗਿਆ। ਇਵੇਂ ਬ੍ਰਹਮੰਡੀ ਪਸਾਰਾ ਪ੍ਰਗਟ ਹੁੰਦਾ ਹੈ, ਅਲੋਪ ਹੋ ਜਾਂਦਾ ਹੈ ਕਰਤੇ ਦੇ ਹੁਕਮ ਦੇ ਵਿੱਚ ਹੀ, ਜਿਸ ਨੂੰ ਅਸੀਂ ਕਦੇ ਕਦੇ ਪਾਠ ਕਰਨ ਵਾਲੇ ਪੜ੍ਹ ਲੈਂਦੇ ਹਾਂ। ਹਰਨ ਪੂਰਨ ਜਾ ਕਾ ਨੇਤਰ ਫੋਰ, ਉਹ ਪਲਕ ਦ੍ਰਿਸ਼ਟੀ ਦੇ ਵਿੱਚ ਪਸਾਰਾ ਪਸਾਰ ਦਿੰਦਾ ਹੈ, ਪਲਕ ਵਿੱਚ ਹੀ ਸਮੇਟ ਲੈਂਦਾ ਹੈ। ਰਹਾ ਜਲ ਤੇ ਉਠੇ ਅਨਕ ਤਰੰਗ। ਫਿਰ ਪਾਤਸ਼ਾਹ ਦੂਜਾ ਉਦਾਹਰਣ ਦੇ ਕੇ ਸਮਝ ਪਾਈ, ਦੇਖ ਸਾਗਰ ਦੇ ਕਿਨਾਰਿਆਂ ਤੇ ਜਾ ਕੇ ਦੇਖੀਏ, ਪਾਣੀ ਤੇ ਪਤਾ ਨਹੀਂ ਕਿਤਨੀਆਂ ਕੁ ਲਹਿਰਾਂ ਉੱਠਦੀਆਂ ਨੇ, ਕਿਤਨੇ ਕੁ ਲਹਿਰਾਂ ਨਜ਼ਰ ਆਉਂਦੀਆਂ ਨੇ। ਹਾਂਜੀ, ਕਨਕ ਭੂਖਨ ਕੀਨੇ ਬਹੁ ਰੰਗ। ਫਿਰ ਸਮਝਾ, ਦੇਖ ਸੋਨੇ ਤੋਂ ਪਤਾ ਨਹੀਂ ਕਿਤਨੇ ਕੁ ਗਹਿਣੇ ਬਣਾ ਲਏ ਜਾਂਦੇ ਨੇ। ਜਿਵੇਂ ਪਾਣੀ ਤੋਂ ਕਿੰਨੀਆਂ ਲਹਿਰਾਂ ਉੱਠੀਆਂ, ਆਖਿਰ ਸਭ ਪਾਣੀ ਨੇ ਨਾ, ਪਾਣੀ 'ਚ ਹੀ ਸਮਾ ਜਾਂਦੀਆਂ ਨੇ। ਪਤਾ ਨਹੀਂ ਸੋਨੇ ਤੋਂ ਕਿਤਨੇ ਕੁ ਗਹਿਣੇ ਬਣਾਏ ਜਾਂਦੇ ਨੇ, ਆਖਿਰ ਸਾਰੇ ਸੋਨੇ ਦੇ ਗਹਿਣੇ ਨੇ, ਸੋਨੇ ਦੇ ਹੀ ਹਨ। ਹਾਂਜੀ, ਬੀਜ ਬੀਜ ਦੇਖਿਓ ਬਹੁ ਪ੍ਰਕਾਰ। ਜਿਨ੍ਹਾਂ ਨੇ ਖੇਤੀ ਕੀਤੀ ਹੈ ਉਹਨੂੰ ਪਤਾ ਹੋਵੇਗਾ, ਇੱਕ ਬੀਜ ਬੀਜਿਆ ਜਾਂਦਾ ਹੈ ਤੇ ਅਨੇਕ ਪਸਾਰੇ ਤੋਂ ਫੈਲ ਜਾਂਦੇ ਨੇ, ਹਜ਼ਾਰਾਂ ਦਾਣੇ ਮਿਲ ਜਾਂਦੇ ਹਨ। ਫਲ ਪਾਕੇ ਤੇ ਏਕ ਅੰਕਰ। ਬੀਜ ਬੀਜੀਏ ਤਦ ਵੀ ਇੱਕ, ਹਜ਼ਾਰਾਂ ਫਲ ਹੋ ਗਏ, ਤੇ ਫਿਰ ਖੁੱਲ ਕੇ ਦੇਖਿਆ, ਫਿਰ ਇੱਕ ਬੀਜ ਜੋ ਬੀਜਿਆ ਸੀ ਉਹ ਹਜ਼ਾਰਾਂ ਰੂਪ ਵੀ ਹੋਇਆ, ਪਰ ਇੱਕ ਵੀ ਰਿਹਾ। ਹਾਂਜੀ, ਸਹਿ ਸਕਟ ਮਹਿ ਏਕ ਆਕਾਸ਼। ਅਨੇਕਾਂ ਘੜੇ ਹੋਣ, ਪਾਣੀ ਨਾਲ ਭਰੇ ਹੋਣ, ਜਦੋਂ ਝਾਤਾਂਗੇ ਤੇ ਆਕਾਸ਼ ਉੱਚ ਨਜ਼ਰ ਆਏਗਾ। ਸੈਂਕੜਿਆਂ ਘੜਿਆਂ ਦੇ ਵਿੱਚ ਇੱਕੋ ਹੀ ਆਕਾਸ਼ ਨਜ਼ਰ ਆਉਂਦਾ ਹੈ। ਘਾਟ ਫੂਟੇ ਤੇ ਉਹੀ ਪ੍ਰਗਾਸ। ਸਮੇਂ ਦੀ ਬਣਤਰ ਦੇ ਨਾਲ ਘੜੇ ਬਣੇ, ਘਟ ਫੁੱਟ ਜਾਏ, ਆਕਾਸ਼ ਫਿਰ ਸਮਾ ਗਿਆ। ਨਾ ਕਿਤਿਓਂ ਆਇਆ ਸੀ, ਨਾ ਕਿਤਿਓਂ ਗਿਆ, ਬਸ ਬਣਤਰ ਬਣਨ ਤੇ ਅਲੱਗ ਭਾਸਿਆ। ਇਸੇ ਤਰ੍ਹਾਂ ਕਿਤਿਓਂ ਕੁਛ ਨਾ ਆਉਂਦਾ ਤੇ ਨਾ ਕਿਤਿਓਂ ਕੁਛ ਜਾਂਦਾ ਹੈ। ਹੁਕਮ 'ਚ ਹੀ ਆ ਪ੍ਰਗਟ ਹੁੰਦਾ, ਹੁਕਮ 'ਚ ਹੀ ਸਮਾ ਜਾਂਦਾ ਹੈ। ਹਾਂਜੀ, ਭਰਮ ਲੋਭ ਮੋਹ ਮਾਇਆ ਵਿਕਾਰ। ਇਸੇ ਤਰ੍ਹਾਂ ਭਰਮ ਲੋਭ ਮੋਹ ਇਹ ਸਭ ਮਾਇਆ ਦੇ ਪਸਾਰੇ ਨੇ, ਮਾਇਆ ਦੇ ਵਿਕਾਰ ਹਨ। ਭ੍ਰਮ ਛੂਟੇ ਤੇ ਏਕ ਤੇ ਅੰਕਾਰ। ਜਦੋਂ ਸਾਡਾ ਵੀ ਉਪਰਲਾ ਭਰਮ ਦਾ ਕਵਰ, ਜਿਹੜਾ ਭਰਮ ਕਾਂਡਾ ਕਿਤੇ ਕਿਤੇ ਕੀ ਹੈ, ਉਹ ਟੁੱਟ ਜਾਂਦਾ ਹੈ ਤੇ ਏਕ ਅੰਕਾਰ ਦਾ ਪਸਾਰਾ ਸਮਝ ਆ ਜਾਂਦਾ ਹੈ, ਪਤਾ ਲੱਗਦਾ ਇੱਕੋ ਹੀ ਹੈ। ਉਹ ਅਬਨਾਸੀ ਬਿਨਸਤ ਨਾਹੀ। ਫਿਰ ਪਤਾ ਲੱਗਦਾ ਵੀ ਉਹ ਤੇ ਕਰਤਾ ਪੁਰਖ ਅਬਨਾਸ਼ੀ ਹੈ, ਨਾ ਬਿਨਸਦਾ ਹੈ, ਨਾ ਆਉਂਦਾ ਤੇ ਨਾ ਜਾਂਦਾ ਹੈ। ਹਾਂਜੀ, ਨਾ ਕੋ ਆਵੇ ਨਾ ਕੋ ਉਹ ਵੀ ਜਾਹੀ। ਨਹੀਂ, ਕੁਛ ਵੀ ਆਉਂਦਾ ਨਹੀਂ, ਕੁਛ ਵੀ ਜਾਂਦਾ ਨਹੀਂ, ਕਿਉਂਕਿ ਸਦਾ ਸਭ ਕੁਝ ਹੈ, ਉਹ ਪ੍ਰਗਟ ਹੀ ਹੁੰਦਾ ਹੈ। ਹਾਂਜੀ, ਗੁਰ ਪੂਰੇ ਹਉ ਮੈਂ ਮਲ ਧੋਈ। ਗੁਰੂ ਕਿਰਪਾ ਕਰਦੇ ਹਨ ਤੇ ਸਾਡੀ ਚੇਤਨਾ ਤੋਂ, ਸਾਡੇ ਜੀਵ ਤੋਂ ਲੇਸ਼ ਮਾਤਰ ਜੋ ਗਲਬਾ ਪਿਆ ਹੁੰਦਾ, ਅਗਿਆਨਤਾ ਦਾ ਅੰਧਕਾਰ ਬਣ ਜਾਂਦਾ ਹੈ, ਉਹ ਕਿਰਪਾ ਦੇ ਨਾਲ ਧੁੱਪ ਜਾਂਦਾ ਤੇ ਸ਼ੁੱਧ ਹੋ ਜਾਂਦਾ ਹੈ। ਕਹੋ ਨਾਨਕ ਮੇਰੀ ਪਰਮ ਗਤ ਹੋਈ। ਇਹ ਬਾਦਸ਼ਾਹ ਲਗੇ ਜਿੱਤ ਬਖਸ਼ਿਸ਼ ਮਿਲ ਜਾਂਦੀ, ਫਿਰ ਉਹ ਪਰਮ ਗਤੀ ਨੂੰ ਪ੍ਰਾਪਤ ਕਰਦੇ ਨੇ, ਸਮੇਂ ਦੀ ਸੰਪੂਰਨਤਾ ਕਰਦੇ ਹਾਂ। ਗੁਰੂ ਕਿਰਪਾ ਕਰਨ, ਗੁਰੂ ਕਿਰਪਾ ਕਰਨ, ਅਸੀਂ ਹੋਰ ਅੱਗੇ ਚੱਲਦੇ ਹਾਂ। ਖਿਮਾ ਕਰਨਾ, ਜਿਨ੍ਹਾਂ ਨੇ ਪਹੁੰਚਣਾ ਸੀ ਤੱਕ ਪਹੁੰਚ ਨਹੀਂ ਪਏ, ਬੇਨਤੀ ਕਰਾਂਗੇ, ਇਸ਼ਾਰਾ ਕਰ ਦੇਣ ਜਦ ਪਹੁੰਚ ਜਾਣ। ਇਸੇ ਹੀ ਪਾਵਨ ਸ਼ਬਦ ਵਿੱਚ ਜੋ ਮਹਾਰਾਜ ਜੀ ਨੇ ਬਰਕਤਾਂ ਸਾਨੂੰ ਵਰਤਾਈਆਂ ਨੇ, ਮਹਾਕਵੀ ਸੰਤੋਖ ਸਿੰਘ ਜੀ ਫਿਰ ਇਸ ਦਾ ਖੁਲਾਸਾ ਆਪਣੇ ਅੰਦਾਜ਼ ਕਰਦੇ ਨੇ। ਆਓ ਉਹਨਾਂ ਦੇ ਸਰਸਰੀ ਨਜ਼ਰ ਵਿੱਚ ਦਰਸ਼ਨ ਕਰਦੇ ਕਿਵੇਂ ਕਾਵਿਆਤਮਕ ਪੱਖ ਦੇ ਵਿੱਚ ਫਿਰ ਇਸੇ ਸ਼ਬਦ ਵਿਚਾਰ ਕਰਦੇ ਨੂੰ ਆਪਾਂ ਪੁਰਾਣੀ ਭਾਸ਼ਾ ਤਿਸ ਕਾ ਪਰਮਾਰਥ ਕਿਆ ਕਰਦੇ ਸਾਂ, ਇਹ ਤਿਸ ਕਾ ਪਰਮਾਰਥ ਪੜ੍ਹਦੇ। ਹਾਂਜੀ, ਬਾਜੀਗਰ ਜਿਮ ਬਾਜੀ ਪਾਵੈ। ਜਿਵੇਂ ਬਾਜੀਗਰ ਇੱਕ ਬਾਜੀ ਪਾਉਂਦਾ ਹੈ, ਅਨਕ ਰੂਪ ਕਰ ਸੁਆਂਗ ਦਿਖਾਵੈ। ਅਨੇਕਾਂ ਰੂਪ ਕਰਕੇ ਸੁਆਂਗ ਸਾਨੂੰ ਦਿਖਾਉਂਦਾ ਹੈ। ਕਿਰਿਆ ਕਹਾਵਤ ਅਨੰਗ ਪ੍ਰਕਾਰ। ਅਨੇਕਾਂ ਪ੍ਰਕਾਰ ਦੀਆਂ ਉਹ ਕਿਰਿਆਵਾਂ ਕਰਦਾ ਰਹਿੰਦਾ ਹੈ। ਫਿਰ ਹੈ ਲਰਹਿ ਬੜ ਬਾਂਧ ਅਖਾਰ। ਉਹ ਅਖਾੜਾ ਬਨ ਕੇ ਤੁਰਦਾ ਹੈ, ਲੜਦਾ ਹੈ, ਬੋਲਦਾ ਹੈ, ਝਗੜਦਾ ਹੈ। ਇੱਕ ਬਾਜੀਗਰ ਤਿਨ ਮਹਿ ਸੱਚ। ਉਹ ਸਾਰੇ ਪਸਾਰੇ ਦੇ ਵਿੱਚੋਂ ਕੇਵਲ ਇੱਕ ਬਾਜੀਗਰ ਹੀ ਸੱਚਾ ਹੁੰਦਾ ਹੈ। ਬਾਜੀ ਸਭ ਮਿਥਿਆ ਕੱਚ ਪੱਚ। ਉਹ ਬਾਜੀ ਦੇਖੀ ਤੇ ਜਾਂਦੀ ਹੈ,
ਪਰ ਉਹ ਮਿਥਿਆ ਹੁੰਦੀ ਹੈ, ਉਹ ਕੱਚੀ ਹੁੰਦੀ ਹੈ। ਸਗਰੇ ਪੁੱਤਰੀ ਪੁਰਖ ਅਧੀਨ, ਦਰਸਲ ਉਹ ਬਾਜੀ ਕਠਪੁਤਲੀਆਂ ਦਾ ਤਮਾਸ਼ਾ ਹੈ ਤੇ ਉਹ ਸਾਰੀਆਂ ਕਠਪੁਤਲੀਆਂ ਇੱਕ ਮਨੁੱਖ ਦੇ ਅਧੀਨ ਹਨ। ਨਾਚਹਿ ਜਥਾ ਨਚਾਵਨ ਕੀਨ, ਜਿਵੇਂ ਉਹਦੀਆਂ ਉਂਗਲੀਆਂ ਨੱਚਦੀਆਂ ਨੇ, ਉਂਗਲੀਆਂ ਤੋਂ ਹੁਕਮ ਚੱਲਦਾ ਹੈ, ਤਿਵੇਂ ਉਹ ਕਠਪੁਤਲੀਆਂ ਨੱਚਦੀਆਂ ਹਨ। ਕਿਸੇ ਪਲਾਵ ਹੈ ਕਿਸੇ ਜਿਤਾਵ ਹੈ, ਉਹ ਕਿਸੇ ਨੂੰ ਹਰਾ ਦਿੰਦਾ ਹੈ, ਕਿਸੇ ਨੂੰ ਜਿਤਾ ਦਿੰਦਾ ਹੈ। ਕਠਪੁਤਲੀਆਂ ਨੂੰ ਜਿਵੇਂ ਉਂਗਲੀਆਂ ਦਾ ਇਸ਼ਾਰਾ ਕਰਦਾ ਹੈ, ਤਿਵੇਂ ਉਹ ਜਿੱਤਦੀਆਂ ਨੇ, ਹਾਰਦੀਆਂ ਹਨ। ਕੋ ਸੋਗੀ ਕੋ ਹਰਖ ਪਾਵ ਹੈ, ਕਿਸੇ ਨੂੰ ਸੋਗ ਪੈਦਾ ਕਰ ਦਿੰਦਾ ਹੈ, ਕਿਸੇ ਨੂੰ ਖੁਸ਼ੀ ਪ੍ਰਗਟ ਕਰ ਦਿੰਦਾ ਹੈ। ਜਬੈ ਸੰਕੋਚ ਹੈ ਸਗਲ ਪਸਾਰ, ਇਸੇ ਤਰ੍ਹਾਂ ਫਿਰ ਜਦੋਂ ਆਪਣਾ ਪਸਾਰਾ ਸੰਕੋਚ ਲੈਂਦਾ ਹੈ, ਰਹੇ ਏਕਾਕੀ ਕਰਨ ਹਰ, ਫਿਰ ਵੀ ਪਹਿਲਾਂ ਵੀ ਉਹ ਕੱਲਾ ਸੀ ਤੇ ਬਾਅਦ ਵਿੱਚ ਉਹ ਕੱਲਾ ਹੀ ਹੁੰਦਾ, ਸਾਰਾ ਪਸਾਰਾ ਸ਼ਾਂਤ ਹੋ ਗਿਆ। ਤਿਮ ਜਾਨੋ ਪਰਮੇਸ਼ਰ ਰੂਪ, ਇਸੇ ਤਰ੍ਹਾਂ ਕਰਤਾ ਪੁਰਖ ਵਾਹਿਗੁਰੂ ਦੇ ਪਸਾਰੇ ਹੋਏ ਨੂੰ ਤੇ ਸਰੂਪ ਨੂੰ ਸਮਝਿਆ ਕਰੋ। ਨਿਜ ਇੱਛਾ ਤੇ ਕਰੇ ਅਨੂਪ, ਉਹ ਵੀ ਆਪਣੇ ਨਿਜ ਇੱਛਾ ਤੇ ਹੀ ਸਾਰਾ ਪਸਾਰਾ ਪਸਾਰਦੇ ਹਨ ਤੇ ਸਮੇਟਦੇ ਹਨ। ਅਖਿਲ ਚਰਾਚਰ ਕੋ ਉਪਜਾਇਓ, ਆ ਸਾਰਾ ਕੁਝ ਜੋ ਕੁ ਦ੍ਰਿਸ਼ਮਾਨ ਹੈ, ਜਿਹਨੂੰ ਆਪਾਂ ਜੜ ਜੰਗਮ ਕਹਿੰਦੇ ਨੇ, ਚਰਾਚਰ ਕਹਿੰਦੇ ਨੇ, ਸਾਰਾ ਉਸੇ ਦਾ ਸਰੂਪ ਹੈ। ਆਪਨ ਸ਼ਬਦ ਤੇ ਮਦ ਪ੍ਰਵੇਸ਼ਾਇਓ, ਇਹ ਸਾਰੇ ਦੇ ਵਿੱਚ ਉਹ ਆਪ ਹੀ ਪ੍ਰਵਿਸ਼ਿਤ ਹੋਏ ਨੇ, ਬਸ ਬਾਜ਼ੀਗਰ ਅਲੱਗ ਰਹਿੰਦਾ ਹੈ ਪਰ ਇਹਦੇ ਵਿੱਚ ਵਰਤਦਾ ਹੈ। ਚੇਤਨਤਾ ਜੀਵਨ ਕਹ ਹੋਈ, ਉਹ ਦਰਸਲ ਉਹਦੀ ਕਠਪੁਤਲੀਆਂ 'ਚ ਕੋਈ ਚੇਤਨਾ ਨਹੀਂ ਹੁੰਦੀ, ਪਰ ਇਸ ਨੇ ਸਾਰੀਆਂ ਪੁਤਲੀਆਂ ਦੇ ਵਿੱਚ ਚੇਤਨਾ ਵੀ ਪਾਈ ਹੋਈ। ਇਹ ਉਹ ਆਪਾ ਹੈ ਉਸਦਾ। ਕਿਰਿਆ ਕਰ ਤੂੰ ਜਿਹ ਤੇ ਸਭ ਕੋਈ, ਇਸ ਚੇਤਨਾ ਦੇ ਸਦਕੇ, ਉਹਦੇ ਹੁਕਮੀ ਕਲਾ ਦੇ ਸਦਕੇ ਹੀ ਸਾਰੇ ਜੀ ਵੱਖਰੀ ਵੱਖਰੀ ਕਿਰਿਆਵਾਂ ਕਰਦੇ ਹਨ। ਦੁੱਖ ਸੁਖ ਤੇ ਹੋਏ ਬਿਖਮਾ ਮਹਾਨੇ, ਉਹਦੇ ਸਦਕੇ ਹੀ ਜੋ ਕਿਰਿਆਵਾਂ ਬਣਦੀਆਂ ਨੇ, ਜਿਹਨੂੰ ਅਸੀਂ ਕਰਮ ਕਹਿਣ ਲੱਗ ਪੈਨੇ ਆ, ਉਹਦੇ ਸਦਕੇ ਦੁੱਖ ਅਤੇ ਸੁੱਖ ਦੇ ਦਰਸ਼ਨ ਪ੍ਰਗਟ ਹੁੰਦੇ ਹਨ। ਇਸ ਮਹਿ ਕਰਮ ਹੇਤਤਾ ਜਾਣੈ, ਇਹਦੇ ਵਿੱਚ ਹੀ ਸੀ ਕਰਮਾਂ ਦਾ ਪੱਖ ਤੇ ਕਰਮਾਂ ਦੀ ਫਿਲਾਸਫੀ ਨਾਲ ਤੁਰ ਪੈਂਦੀ ਹੈ। ਜਬ ਚਾਹ ਤੂੰ ਇਨ ਲੈ ਕਹੋ ਕਰਬੇ, ਤੇ ਪਰ ਉਹਨੂੰ ਪਤਾ ਹੈ ਕਿ ਜਦੋਂ ਚਾਹੁੰਦਾ ਹੈ ਸਾਰੇ ਕਰਮ ਕਾਰਨ ਕਿਰਿਆਵਾਂ ਸਭ ਰਹਿ ਜਾਂਦੀਆਂ ਨੇ ਤੇ ਸਭ ਨੂੰ ਫਿਰ ਉਹ ਲੈ ਕਰ ਲੈਂਦਾ ਹੈ, ਆਪਣੇ ਸਮੇਟ ਲੈਂਦਾ ਹੈ। ਅਖਿਲ ਬਿਨਾਸ਼ ਹੈ ਏਕ ਹੋ ਥਿਰਬੇ, ਤੇ ਸਾਰਾ ਕੁਝ ਵਿਨਾਸ਼ ਕਰਕੇ ਫਿਰ ਉਹ ਏਕੰਕਾਰ ਹੀ ਰਹਿ ਜਾਂਦਾ ਹੈ। ਉਤਪਤ ਕੌਣ ਰੂਪ ਇਹ ਹੋਏ, ਇਹ ਸੰਸਾਰ ਸੋਚਦਾ ਹੈ ਕਿ ਇਹ ਉਤਪਤੀ ਕਿੱਥੋਂ ਹੋਈ ਹੈ, ਗਿਆਨੀ ਸੋਚਦੇ ਨੇ ਇਹ ਉਤਪਤ ਕਿੱਥੋਂ ਹੋਈ ਹੈ, ਪ੍ਰਸ਼ਨ ਬਣਿਆ ਰਹਿੰਦਾ ਹੈ। ਕਹੋ ਵਿਨਾਸ਼ਮਾਨ ਹੈ ਤੇ ਕੋਏ, ਫਿਰ ਪ੍ਰਸ਼ਨ ਹੈ ਕਿ ਜੇ ਉਤਪੰਨ ਕਿਉਂ ਹੋਇਆ ਤੇ ਵਿਨਾਸ਼ਮਾਨ ਕੌਣ ਹੋਇਆ, ਜੇ ਪਸਾਰਾ ਉਹਦਾ ਆਪਣਾ ਹੀ ਹੈ ਤੇ ਇਹੀ ਤੇ ਸਦਾ ਹੀ ਗਿਆਨੀਆਂ ਕੋਲ ਸਵਾਲ ਰਿਹਾ ਹੈ। ਇਸ ਪਰ ਸੁਨੂ ਅਪਰ ਦ੍ਰਿਸ਼ਟਾਂਤ, ਇਸ ਤੇ ਪਾਤਸ਼ਾਹ ਦੂਸਰਾ ਦ੍ਰਿਸ਼ਟਾਂਤ ਸਮਝਾਉਂਦੇ ਹਨ। ਜਿਸ ਵਿਦ ਹੋਏ ਸੁਨਹੁ ਸਭ ਭਾਂਤ, ਇਸ ਤਰ੍ਹਾਂ ਫਿਰ ਅਗਲਾ ਪਸਾਰਾ ਦੂਸਰਾ ਦ੍ਰਿਸ਼ਟਾਂਤ ਦਿੰਦੇ ਹਨ। ਜਲ ਤੇ ਅਦਕ ਤਰੰਗ ਉਠੰਤੇ, ਜਿਵੇਂ ਪਾਣੀ ਦੇ ਵਿੱਚੋਂ ਅਨੇਕਾਂ ਪ੍ਰਕਾਰ ਦੀਆਂ ਲਹਿਰਾਂ ਉੱਠਦੀਆਂ ਹਨ। ਲਾਗ ਦੀਰਘ ਹੋਏ ਪੁੰਨ ਬਿਨ ਸੰਤੇ, ਕੋਈ ਲਹਿਰ ਛੋਟੀ ਹੈ, ਕੋਈ ਲਹਿਰ ਵੱਡੀ ਹੈ, ਸਾਰੀਆਂ ਲਹਿਰਾਂ ਸਾਗਰ ਤੇ ਤਰਦੀਆਂ ਹਨ। ਭਏ ਤਰੰਗ ਆਹੈ ਜਲ ਸੋਈ, ਪਰ ਸੱਚ ਇਹ ਹੈ ਕਿ ਤਰੰਗਾਂ ਦਿਸਦੀਆਂ ਨੇ, ਲਹਿਰਾਂ ਦਿਸਦੀਆਂ ਨੇ, ਪਰ ਹੈ ਤਾਂ ਉਹ ਸਭ ਜਲ ਦਾ ਜਲ ਹੀ। ਨਾਮ ਮਾਤਰ ਇੱਕ ਤਿਨ ਕਹੋ ਹੋਈ, ਉਹ ਨਾਮ ਮਾਤਰੀ ਵੱਖਰੀਆਂ ਨੇ, ਨਾਮ ਉਹਨਾਂ ਦਾ ਲਹਿਰਾਂ ਹੈ, ਪਰ ਉਹ ਤੇ ਜਲ ਕਾ ਜਲ ਹੀ ਹੈ। ਜੇ ਨਹਿ ਜਾਣਤ ਸੋ ਇਮ ਕਹੀ, ਤੇ ਜਿਹੜਾ ਕੋਈ ਬੰਦਾ ਇਸ ਭੇਤ ਨੂੰ ਨਹੀਂ ਸਮਝਦਾ, ਭਇਓ ਤਰੰਗ ਸੋ ਜਲ ਹੋਇ ਨਹੀਂ, ਉਹ ਕਹਿ ਸਕਦਾ ਹੈ ਸਾਗਰ ਤੇ ਆਏ ਸਾਂ, ਪਰ ਸਾਗਰ ਤੇ ਕਿਤੇ ਨਜ਼ਰ ਹੀ ਨਹੀਂ ਆਉਂਦਾ। ਇਹ ਤੇ ਸਾਰੀਆਂ ਤਰੰਗਾਂ ਹੀ ਨੇ, ਸਾਰੀਆਂ ਲਹਿਰਾਂ ਹੀ ਹੋ ਗਈਆਂ, ਇਹ ਤੇ ਸਾਗਰ ਕਿਧਰੇ ਨਜ਼ਰ ਹੀ ਨਹੀਂ ਆਉਂਦਾ। ਜੋ ਜਲ ਜਾਣੇ ਅਖਿਲ ਤਰੰਗ, ਤੇ ਜੋ ਇਹ ਜਾਣਦਾ ਹੈ ਕਿ ਇਹ ਸਾਗਰ ਹੀ ਤਰੰਗ ਹੈ ਤੇ ਤਰੰਗ ਹੀ ਸਾਗਰ ਹੈ, ਸਿੱਧ ਕਰਹਿ ਕਾਰਜ ਸਰਬੰਗ, ਉਸ ਤਰੰਗਾਂ ਦੇ ਵਿੱਚ ਹੀ ਸਾਗਰ ਦੇ ਪਾਣੀ ਦੇ ਸਦਕੇ ਸਾਰੇ ਆਪਣੇ ਕਾਰਜ ਸਿੱਧ ਕਰਦਾ ਹੈ। ਪਾਨ ਇਸ਼ਨਾਨ ਕਰਹਿ ਸਭ ਰੀਤ, ਉਹ ਜਲ ਛਕਦਾ ਵੀ ਹੈ, ਇਸ਼ਨਾਨ ਵੀ ਕਰਦਾ ਹੈ, ਸਾਰੀ ਰੀਤਾਂ ਦੇ ਨਾਲ ਜੋ ਜਲ ਦੀਆਂ ਕਿਰਿਆਵਾਂ ਨੇ ਉਹਨੂੰ ਸਿੱਧ ਕਰ ਲੈਂਦਾ ਹੈ। ਤ੍ਰਿਖਾ ਮਲਿਨਤਾ ਬਿਨ ਹੋਏ ਨੀਤ, ਇਸੇ ਤਰ੍ਹਾਂ ਉਹ ਜਲ ਸਦਕੇ ਤ੍ਰਿਖਾ ਤੋਂ ਮੁਕਤ ਹੋ ਜਾਂਦਾ, ਪਿਆਸ ਤੋਂ ਮੁਕਤ ਹੋ ਜਾਂਦਾ ਹੈ, ਮੈਲ ਤੋਂ ਮੁਕਤ ਹੋ ਜਾਂਦਾ। ਪਰ ਜੋ ਜਾਣਕਾਰ ਹੈ, ਅਪਰ ਤੀਸਰੋ ਜੋਗੀ ਸੁਨੋ, ਇੱਕ ਨਾਲ ਤੀਸਰੀ ਗੱਲ ਸਮਝਾਉਂਦੇ ਹਨ। ਸੁਭ ਦ੍ਰਿਸ਼ਟਾਂਤ ਹਿਰਦੇ ਇਮ ਗਨੋ, ਲੈ ਇੱਕ ਦ੍ਰਿਸ਼ਟਾਂਤ ਹੋਰ ਸਾਨੂੰ ਬਖਸ਼ਿਸ਼ ਹੁੰਦੀ ਹੈ। ਕੰਚਨ ਏਕ ਬਨਿਓ ਬਹੁ ਭਾਂਤ, ਭਾਈ ਜਿਵੇਂ ਸੋਨਾ ਸਭ ਨੂੰ ਨਜ਼ਰ ਆਉਂਦਾ ਹੈ, ਕੁੰਡਲ ਕਟਕ ਆਦ ਦਰਸਾਤ, ਤੇ ਉਸੇ ਤੋਂ ਬਣੇ ਹੋਏ ਅਨੇਕਾਂ ਪ੍ਰਕਾਰ ਦੇ ਕੁੰਡਲ ਕੜੇ
ਆ ਗਹਿਣੇ ਹਨ। ਕੰਚਨ ਨਾਮ ਸ਼ੋਰ ਕਰ ਕਹੈ ਤੇ ਸਾਰੇ ਹੀ ਅਸੀਂ ਕੰਚਨ ਨੂੰ ਛੱਡ ਕੇ ਹੋਰ ਇਹਦੇ ਨਾਂ ਵਰਤ ਲੈਨੇ ਹਾਂ। ਇਹ ਕਟਕ ਇਹ ਕੁੰਡਲਿਆ ਹੈ ਇਹੀ ਸਾਰਾ ਕਿਨੇ ਕੜਾ ਹੈ, ਸੋਨਾ ਹੈ, ਮੁੰਦਰੀ ਹੈ ਤੇ ਸਾਰੇ ਸੋਨਾ ਹੀ ਨਾ। ਜੇ ਸਰਾਹ ਪਰਖਣ ਤਿਹ ਕਰੈ ਤੇ ਜਦੋਂ ਉਹ ਸਰਾਫ ਭਾਵ ਸੁਨਾਰ ਪਰਖਣਾ ਕਰਦਾ ਹੈ, ਕੰਚਨ ਬਿਨਾ ਨਾ ਕੁਛ ਮਨ ਧਰੈ ਪਰ ਸੁਨਾਰ ਦੀ ਦ੍ਰਿਸ਼ਟੀ ਵਿੱਚ ਕੜਾ ਮੁੰਦਰੀ ਆਦਿਕ ਨਹੀਂ, ਉਹ ਤੇ ਸਿਰ ਸੋਨਾ ਦੇਖਦਾ ਤੇ ਸੋਨਾ ਤੋਲਦਾ ਹੈ। ਨਾਮ ਆਕਾਰ ਗਿਨਹਿ ਨਹਿ ਕੋਏ ਉਹਦੇ ਵਾਸਤੇ ਆਕਾਰ ਦਾ ਕੋਈ ਨਾਮ ਨਹੀਂ ਹੁੰਦਾ। ਕਨਕ ਵਾਸਤਵ ਪਰਖੈ ਉਹ ਸੋਏ ਤੇ ਸਿਰਫ ਸੋਨੇ ਦੀ ਪਰਖ ਕਰਦਾ ਹੈ ਤੇ ਸੋਨਾ ਖਰੀਦਦਾ ਹੈ ਤੇ ਸੋਨਾ ਵੇਚਦਾ ਹੈ। ਗੁਰ ਕਿਰਪਾ ਕਰਨ। ਇਥੋਂ ਅੱਗੇ ਇਸੇ ਪ੍ਰਸੰਗ ਨੂੰ ਹੋਰ ਲੈ ਕੇ ਆਪਾਂ ਬਖਸ਼ਿਸ਼ਾਂ ਪ੍ਰਾਪਤ ਕਰਨ ਗਿਆ ਜਿਹਨਾਂ ਨੂੰ ਉਡੀਕ ਕਰਦੇ ਸਾਂ ਗਿਆਨੀ ਜੀ ਪਹੁੰਚ ਗਏ ਨੇ। ਅਗਲਾ ਪ੍ਰਸ ਵਿਚਾਰ ਅਗਲਾ ਪ੍ਰਸੰਗ ਤੇ ਆਪ ਜੀ ਨੇ ਸਰਵਣ ਕਰਨਾ। ਭੁੱਲ ਚੁੱਕ ਦੀ ਖਿਮਾ ਆਸੀਸ ਅਤੇ ਪਿਆਰ ਦਿੰਦਿਆਂ ਹੋਇਆ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।